दास गुर हृदय त्यावं हृदय त्यावं। श्री गुरु रामदास गुण गावं। श्री अर्जन विघ्नन के नाशक विघ्नन के नाशक। श्री हर गोबिंद शुभ सुमत प्रकाशक। श्री हरि राय नामो कार जोरी नमो कार जोरी। गुर हर कृष्ण मनाए बहोरी। तेग बहादुर परम कृपाला कृपाला। श्री गुरु गोबिंद सिंह विशाल। तारा तारा पर पुन पुन सीसा पुन पुन सीसा। बंदो बार बार जगदीसा। जिसमें है अमृत ज्ञान है माणक भगत वैराग। श्री गुरु ग्रंथ साहिब उदग बंदो कर अनुराग। श्री गुर शब्द कमाए दिन जीते पंच विकार। तिन समतन का बंदना सिर चरणन पर धार। एकंकारा सतगुरु तेह प्रसाद सच होए। वाहेगुरु जी की फतेह विघ्न विनाशन सोए। वाहेगुरु जी की फतेह विघ्न विनाशन सोए। सतनाम श्री वाहेगुरु साहिब जी। काबल बेग सो बेग हद देख तुरक सरदार। सोचत चित हट फर्क कर खरे दूर लख हार। काबल बेग सो बेग हद देख तुरक सरदार। कबर छत्र तख्त के मालिक गुरता गद्दी उपर सुभाएमान दसां पातशाहियां दे आत्मिक स्वरूप। जुगो जुग अटल गरीब नवाज गुरु जाहरा जहूर हाजरा हजूर। सर्व कला समर्थ धन 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 श्री गुरु ग्रंथ साहिब सच्चे पातशाह महाराज जी दी परम पवित्र हजूरी अंदर मेरी पीरी दे मालक सतगुरु धन धन श्री गुरु हरगोबिंद साहिब जी दे पावन पवित्र मुबारक चरण छो प्राप्त
ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਸੰਧਿਆ ਦੇ ਸ਼ੁਭ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੀ ਨਤਮਸਤਕ ਹੋ ਰਹੀ ਸਮੂਹ ਗੁਰੂ ਕੀ ਸੰਗਤ ਵੀ ਵਡਭਾਗੀ ਹਾਂ ਜੋ ਸਤ ਸੰਗਤ ਦੇ ਰਾਹੀਂ ਸਵਾਸਾਂ ਨੂੰ ਸਫਲ ਬਣਾਉਣ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸਰਬੱਤ ਸੰਗਤਾਂ ਨੇ ਸ਼ਾਮਾਂ ਤੋਂ ਸਤਿਗੁਰਾਂ ਦੇ ਦਰਸ਼ਨ ਦੀਦਾਰ, ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ, ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਕੇ ਜਾਪ ਸ੍ਰੀ ਮੁਖਵਾਕ ਸ਼ਰਵਣ ਕੀਤੇ ਲਾਭ ਖਟਿਆ। ਸਮਾਂ ਹੈ ਸਤਿਗੁਰਾਂ ਦੇ ਪਾਵਨ ਪਵਿੱਤਰ ਲੜੀਵਾਰ ਚੱਲ ਰਹੇ ਇਤਿਹਾਸ ਦੀ ਕਥਾ ਦਾ। ਸੋ ਆਓ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ, ਅਸੀਸ ਬਖਸ਼ੋ, ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲਾ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਕੱਲ੍ਹ ਵਾਲੇ ਆਏ ਪ੍ਰਸੰਗ ਦੀ ਵਿਚਾਰ ਸੰਖੇਪ ਮਾਤਰ ਦੁਹਰਾ ਲਈਏ ਤਾਂ ਕਿ ਲੜੀ ਜੁੜ ਜਾਵੇ। ਗਰੀਬ ਨਵਾਜ ਹਾਜ਼ਰਾ ਹਜ਼ੂਰ ਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰਣ ਤੱਤੇ ਵਿੱਚ ਜੁਟੇ ਹੋਏ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਜਿਸ ਵਕਤ ਸਿੱਖ ਸੂਰਮਿਆਂ ਨੇ 35,000 ਦੇ ਵਿੱਚੋਂ ਲੜਾ ਬੇਗ ਦੀ ਅਗਵਾਈ ਵਾਲੀ 34,000 ਦੀ ਫੌਜ ਵਿਨਾਸ਼ ਕਰ ਦਿੱਤੀ, ਮਾਰ ਦਿੱਤੀ, ਤਾਂ ਹਿਰਦੇ ਦੇ ਵਿੱਚ ਬੜਾ ਝੂਰਦਾ ਪਛਤਾਉਂਦਾ ਹੈ। ਬਾਕੀ ਬਚੇ 1000 ਸੂਰਮਿਆਂ ਦੇ ਸਮੇਤ ਜੰਗ ਦੇ ਵਿੱਚ ਪਿੱਛੇ ਹੋ ਕੇ ਖਲੋਤਾ ਹੈ। ਇਸ ਦੇ ਐਸੀ ਤਰਸਯੋਗ ਹਾਲਾਤ ਵੇਖ ਕੇ ਇਸ ਦੇ ਭਣੇਵੇਂ ਕਾਬਲੀ ਬੇਗ ਨੇ ਇਸ ਨੂੰ ਆ ਕੇ ਹੌਸਲਾ ਦਿੱਤਾ ਔਰ ਕਹਿਣ ਲੱਗਾ, ਘਬਰਾਓ ਨਾ, ਮੈਂ ਜੰਗ ਵਿੱਚ ਜਾ ਕੇ ਸਤਿਗੁਰਾਂ ਨੂੰ ਲਲਕਾਰਦਾ ਹਾਂ। ਸਤਿਗੁਰੂ ਜੀ ਉੱਤਮ ਸੂਰਮੇ ਆ, ਮੇਰੀ ਲਲਕਾਰ ਸੁਣ ਕੇ ਇਕੱਲੇ ਜੰਗ ਲੜਨ ਦੇ ਲਈ ਜ਼ਰੂਰ ਉਤਰਨਗੇ। ਜੇ ਉਹ ਇਕੱਲੇ ਮੇਰੇ ਨਾਲ ਆਮੋ ਸਾਹਮਣੇ ਜੰਗ ਦੇ ਵਿੱਚ ਹੋਏ ਜਾਂ ਤਾਂ ਮੈਂ ਸਤਿਗੁਰਾਂ ਨੂੰ ਫੜ ਲਵਾਂਗਾ ਜਾਂ ਫਿਰ ਆਪਣੀ ਸ਼੍ਰੀ ਸਾਹਿਬ ਦਾ ਸ਼ਿਕਾਰ ਬਣਾ ਕੇ ਸਤਿਗੁਰਾਂ ਦੇ ਧੜ ਦੇ 2 ਟੋਟੇ ਕਰ ਦੂੰਗਾ। ਇਉਂ ਤੇ ਰਜਾ ਲੈ ਕੇ ਘੋੜੇ 'ਤੇ ਸਵਾਰ ਹੋ ਕੇ ਸਤਿਗੁਰਾਂ ਦੇ ਸਨਮੁਖ ਆਇਆ। ਸਤਿਗੁਰਾਂ ਨੂੰ ਜੰਗ ਦੇ ਲਈ ਲਲਕਾਰਿਆ ਹੈ। ਕਹਿਣ ਲੱਗਾ, ਸਤਿਗੁਰੂ ਜੀ ਹੁਣ ਨਿਹੱਕ ਸੈਨਿਕਾਂ ਨੂੰ ਮਰਵਾਉਣਾ ਛੱਡੀਏ। ਮੈਂ ਸੁਣਿਆ ਹੈ ਤੁਸੀਂ ਗੁਰੂ ਹੋ, ਪੀਰ ਹੋ, ਤੁਹਾਡੇ ਪਾਸ ਲੋਕੀ ਆਪਣੀਆਂ ਅਰਜ਼ਾਂ ਬੇਨਤੀਆਂ ਲੈ ਕੇ ਆਉਂਦੇ ਆ। ਜੋ ਜਿਹੜਾ ਬੇਨਤੀ ਕਰਦਾ ਹੈ ਉਸ ਦੀ ਉਹ ਅਰਜ਼ ਹੈ ਜਿਹੜੀ ਤੁਹਾਡੇ ਦਰ ਤੋਂ ਪੂਰਨ ਹੁੰਦੀ ਹੈ। ਤੁਸੀਂ ਇੱਛਾ ਪੂਰੀ ਕਰ ਦਿੰਦੇ ਹੋ। ਸੋ ਮੇਰੀ ਇੱਛਾ ਇਹ ਹੈ ਕਿ ਤੁਸੀਂ ਮੇਰੇ ਨਾਲ ਇਕੱਲੇ ਨਾਲ ਜੰਗ ਲੜੋ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਤੇ ਉਡੀਕਦੇ ਸੀ ਤੁਹਾਡੀ 34,000 ਦੀ ਫੌਜ ਤੇ ਜੰਗ ਦੇ ਵਿੱਚ ਇਉਂ ਮਰ ਗਈ ਜਿਵੇਂ ਹੋਵੇ ਹੀ ਨਾ। ਕੋਈ ਸੂਰਮਤਾਈ ਵਾਲੇ ਗੁਣ ਧਾਰ ਕੇ ਸਾਡੇ ਸਾਹਮਣੇ ਨਹੀਂ ਖਲੋ ਸਕਿਆ। ਤੈਨੂੰ ਸ਼ਾਬਾਸ਼ ਦਿੰਦੇ ਹਾਂ, 35,000 ਦੇ ਇਕੱਠ ਵਿੱਚੋਂ ਇੱਕ ਤੂੰ ਹੀ ਇਕੱਲਾ ਸੂਰਮਾ ਹੈ ਜਿਸ ਨੇ ਆ ਕਰਕੇ ਸਾਨੂੰ ਇਕੱਲਿਆਂ ਨੂੰ ਜੰਗ ਦੇ ਲਈ ਲਲਕਾਰਿਆ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਘੋੜੇ ਤੋਂ ਥੱਲੇ ਉਤਰੇ। ਖੱਬੇ ਹੱਥ ਦੇ ਵਿੱਚ ਆਪਣਾ ਭਾਰੀ ਭਰਕਮ ਢਾਲਾ ਫੜਿਆ ਹੈ। ਸੱਜੇ ਹੱਥ ਦੇ ਵਿੱਚ ਤਿੱਖੀ ਫੌਲਾਦੀ ਸ਼੍ਰੀ ਸਾਹਿਬ ਪਕੜੀ।
ਕਾਬਲੀ ਵੇਗ ਦੇ ਨਾਲ ਦਵੰਦ ਯੁੱਧ ਆਰੰਭ ਕੀਤਾ। ਇਸ ਨੇ 3 ਵਾਰ ਕੀਤੇ, 2 ਵਾਰ ਗਰੀਬ ਨਵਾਜ ਨੇ ਇਸ ਦੇ ਵਿਫਲ ਕਰ ਦਿੱਤੇ। ਤੀਜਾ ਵਾਰ ਸਤਿਗੁਰਾਂ ਦੇ ਸਰੀਰ ਨੂੰ ਸਾਹਮਣਿਓਂ ਸਨਮੁਖ ਪੇਟ ਦੇ ਉੱਪਰੋਂ ਛਾਤੀ ਵਾਲੇ ਥਾਂ ਤੋਂ ਥੋੜ੍ਹਾ ਜਿਹਾ ਨੀਵਾਂ ਇਹਦੇ ਸ਼੍ਰੀ ਸਾਹਿਬ ਦਾ ਤਿੱਖਾ ਜਿਹੜਾ ਅਗਲਾ ਹਿੱਸਾ ਨੋਕ ਸੀ ਉਹ ਛੋਹ ਕੇ ਲੰਘੀ, ਜਿਸ ਦੇ ਨਾਲ ਸਤਿਗੁਰਾਂ ਦਾ ਧਾਰਨ ਕੀਤਾ ਜਾਮਾ ਵੀ ਫਟਿਆ ਔਰ ਸਰੀਰ ਦੇ ਵਿੱਚੋਂ ਥੋੜ੍ਹਾ ਜਿਹਾ ਖੂਨ ਵੀ ਨਿਕਲਿਆ। ਥੋੜ੍ਹਾ ਜਿਹਾ ਫੱਟ ਲੱਗਣ ਕਰਕੇ ਉਸ ਖੂਨ ਦੇ ਨਾਲ ਸਤਿਗੁਰਾਂ ਦੇ ਵਸਤਰ ਭਿੱਜ ਗਏ। ਗਰੀਬ ਨਵਾਜ ਵੀਰ ਰਸ ਦੇ ਵਿੱਚ ਆਏ। ਇਸ ਦਾ ਤੀਜਾ ਕੀਤਾ ਹੋਇਆ ਵਾਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਰੋਕ ਕੇ ਪੂਰਨ ਬਲ ਦੇ ਨਾਲ ਭਰ ਕੇ ਆਪਣੇ ਕਰ ਕਮਲਾਂ ਦੇ ਨਾਲ ਇਸ ਦੇ ਉੱਪਰ ਆਪਣਾ ਦੂਜਾ ਵਾਰ ਕੀਤਾ। ਇਸ ਨੇ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਬਚ ਨਾ ਸਕਿਆ। ਇਸ ਦੇ ਮੋਢੇ ਦੇ ਪਾਸ, ਮੋਢੇ ਦੇ ਉੱਪਰ ਗਰਦਨ ਦੇ ਪਾਸ ਬਿਲਕੁਲ ਸਤਿਗੁਰਾਂ ਦਾ ਕੀਤਾ ਹੋਇਆ ਵਾਰ ਲੱਗਿਆ। ਇੱਥੋਂ ਪ੍ਰਵੇਸ਼ ਕਰਕੇ ਸ਼੍ਰੀ ਸਾਹਿਬ ਵੱਖੀ ਵਾਲੇ ਪਾਸੇ ਦੀ, ਵੱਖੀ ਦੇ ਕੋਲ ਦੀ ਪਾਰ ਉਲੰਘ ਗਈ। ਜਿਸ ਤਰੀਕੇ ਦੇ ਨਾਲ ਕਿਸੇ ਬਾਹਮਣ ਨੇ ਜਨੇਊ ਧਾਰਨ ਕੀਤਾ ਹੁੰਦਾ ਹੈ, ਇਸ ਤਰੀਕੇ ਦੇ ਨਾਲ ਵੱਢ ਕਰਕੇ ਦੇ ਸਰੀਰ ਦੇ 2 ਟੋਟੇ ਕਰਕੇ ਗਰੀਬ ਨਵਾਜ ਨੇ ਨੂੰ ਧਰਤੀ 'ਤੇ ਸੁੱਟ ਦਿੱਤਾ ਹੈ। ਕਾਬਲੀ ਵੇਗ ਸਤਿਗੁਰਾਂ ਦੇ ਹੱਥੋਂ ਮਾਰਿਆ ਗਿਆ। ਇਹਦੇ ਉੱਪਰ ਲਲਾ ਬੇਗ ਨੂੰ ਬੜਾ ਮਾਣ ਸੀ। ਇੱਥੋਂ ਤੱਕ ਆਪਾਂ ਕੱਲ੍ਹ ਪ੍ਰਸੰਗ ਸ਼ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਦੇ ਨਾਲ ਇਹ ਪਾਵਨ ਪਵਿੱਤਰ ਸਤਿਗੁਰਾਂ ਦੇ ਇਤਿਹਾਸ ਦੀ ਵਿਚਾਰ ਆ ਰਹੀ ਹੈ, ਆਓ ਮਨਚਿਤ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਇਤਿਹਾਸ ਨਾਲ ਜੁੜ ਕੇ ਲਾਭ ਖੱਟੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਬਲ ਬੇਗ ਸੋ ਬੇਗ ਹੱਥ ਦੇਖ ਤੁਰਕ ਸਰਦਾਰ। ਤੁਰਕਾਂ ਦੇ ਸਰਦਾਰ ਭਾਵ ਲਲਾ ਬੇਗ ਨੇ ਵੇਖਿਆ ਕਿ ਜਿਹੜਾ ਕਾਬਲੀ ਬੇਗ ਇਸ ਦਾ ਭਣੇਵਾ ਸੀ ਉਹ ਬੜੀ ਛੇਤੀ ਸਤਿਗੁਰਾਂ ਦੇ ਹੱਥੋਂ ਮਾਰਿਆ ਗਿਆ। ਜੰਗ ਦੇ ਵਿੱਚ ਸਤਿਗੁਰਾਂ ਦੇ ਸਾਹਮਣੇ ਬਹੁਤਾ ਸਮਾਂ ਅੜ ਕੇ ਨਾ ਖਲੋ ਸਕਿਆ। 3 ਵਾਰ ਕੁੱਲ ਇਸ ਨੇ ਕੀਤੇ ਸੀ। ਇਹ ਸਤਿਗੁਰਾਂ ਦੇ ਦੂਜੇ ਵਾਰ ਦਾ ਹੀ ਇਹ ਸ਼ਿਕਾਰ ਹੋ ਗਿਆ ਹੈ। ਆਪਣੇ ਪ੍ਰਾਣ ਗਵਾ ਬੈਠਾ ਹੈ। ਇਹ ਵਿਨਾਸ਼ ਹੋ ਗਿਆ, ਜੰਗ ਦੇ ਵਿੱਚ ਮਾਰਿਆ ਗਿਆ। ਸੋਚਤ ਚਿਤ ਹਟ ਫਰਕ ਕਰ ਖਰੇ ਦੂਰ ਲਖ ਹਾਰ। ਇਹ ਸੋਚਦੇ ਆ ਚਿੱਤ ਦੇ ਵਿੱਚ, ਹਟ ਫਰਕ ਕਰਕੇ ਦੂਰ ਖਲੋਤੇ ਹੋਏ ਸੀ ਜੰਗ ਦੇ ਵਿੱਚੋਂ। ਆਪਣੀ ਹਾਰ ਇਹਨਾਂ ਨੂੰ ਪ੍ਰਤੱਖ ਨਜ਼ਰ ਆਉਣ ਲੱਗ ਪਈ। ਇਸ ਕਰਕੇ ਹਾਰ ਨੂੰ ਵੇਖ ਕੇ ਸੋਚਾਂ ਦੇ ਵਿੱਚ ਡੁੱਬੇ ਹੋਏ ਮਾਯੂਸ ਖਲੋਤੇ ਹਨ। ਟੋਟਕ ਛੰਦ ਵਿਖ ਕਾਬਲ ਬੇਗ ਮਰਨੋ ਰਨ ਮੈਂ। ਜਦੋਂ ਵੇਖਿਆ ਇਹਨਾਂ ਨੇ ਕਾਬਲੀ ਬੇਗ ਦਾ ਜੰਗ ਦੇ ਵਿੱਚ ਮਰਨਾ ਮੌਤ ਹੋਈ। ਬਨੀਆ ਜਿਮ ਲੂਟ ਲਿਓ ਬਨ ਮੈਂ। ਇਹਨਾਂ ਦੀ ਸਭ ਦੇ ਹਾਲਾਤ ਐਸੀ ਹੋ ਗਈ ਜਿਵੇਂ ਕਿਸੇ ਨੇ ਜੰਗਲ ਦੇ ਵਿੱਚ ਤੁਰਿਆ ਜਾਂਦਾ ਹੋਇਆ ਬਾਣੀਆਂ ਲੁੱਟ ਲਿਆ ਹੋਵੇ ਨਾ, ਉਹਦਾ ਧਨ ਪਦਾਰਥ ਖੋਹ ਲਿਆ ਹੋਵੇ। ਕੈਸੀ ਮਾਯੂਸੀ ਹੁੰਦੀ ਉਹਦੇ ਚਿਹਰੇ 'ਤੇ। ਬੇਬਸੀ ਦੇ ਅਧੀਨ ਲੁੱਟਿਆ ਜਾਂਦਾ ਫਿਰ ਮਾਯੂਸ ਹੁੰਦਾ। ਇਉਂ ਹੀ ਇਹ ਹੋ ਗਏ ਬੇਬਸੀ ਅਧੀਨ ਲਲਾ ਬੇਗ ਦਾ ਭਣੇਵਾ ਕਾਬਲੀ ਬੇਗ ਮਾਰਿਆ ਗਿਆ। ਕੋਈ ਵਸ ਨਾ ਚੱਲਿਆ। ਬੇਬਸੀ ਅਧੀਨ 34,000 ਦੀ ਫੌਜ ਮਾਰੀ ਗਈ, ਕੋਈ ਵਸ ਨਹੀਂ ਚੱਲਿਆ। ਇਉਂ ਹੀ ਖਲੋਤੇ ਹੋਏ ਕਮਜ਼ੋਰ ਦਿਲੇ ਲਾਲੇ ਦੇ ਵਾਂਗੂ, ਬਾਣੀਏ ਦੇ ਵਾਂਗੂ ਇਹਨਾਂ ਦੇ ਹਾਲਾਤ ਹੋ ਗਈ ਹੈ। ਜਿਤ ਬੇਗ ਲਲਾ ਦੁੱਖ ਪਾਏ ਘਨੋ। ਆਪਣੇ ਹਿਰਦੇ ਦੇ ਵਿੱਚ ਲਲਾ ਬੇਗ ਬਹੁਤ ਭਾਰੀ ਦੁੱਖ ਪਾਉਂਦਾ, ਬੜਾ ਦੁਖੀ ਹੋ ਰਿਹਾ ਹੈ ਜੀ। ਵੱਡ ਵੀਰ ਹਤਿਓ ਗੁਰ ਕਾਲ ਮਨੋ। ਸੋਚਦਾ ਕਹਿੰਦਾ ਵੱਡਾ ਸੂਰਮਾ ਸੀ ਮੇਰਾ ਭਣੇਵਾ ਕਾਬਲੀ ਬੇਗ, ਸਤਿਗੁਰਾਂ ਨੇ ਮਾਰ ਦਿੱਤਾ। ਮੰਨ ਲਓ ਜਿਵੇਂ ਸਤਿਗੁਰੂ ਸਾਹਮਣੇ ਕਾਲ ਹੀ ਖਲੋਤੇ ਹੈ, ਜਿਹੜਾ ਜਾਂਦਾ ਉਸੇ ਨੂੰ ਹੀ ਗਰਸ ਲੈਂਦੇ ਆ, ਵਿਨਾਸ਼ ਕਰ ਲੈਂਦੇ ਹਨ। ਅਬ ਕੌਣ ਫਿਰੇ ਸਵਧਾਨ ਬਣਾ। ਕਹਿੰਦਾ ਹੁਣ ਕਿਹੜਾ ਸਾਡੇ ਵਿੱਚੋਂ ਜਿਹੜਾ ਸਤਿਗੁਰਾਂ ਦੇ ਸਾਹਮਣੇ ਜਾ ਕੇ ਸਾਵਧਾਨ ਹੋਵੇ, ਜੰਗ ਦੇ ਵਿੱਚ ਲੜਾਈ ਕਰੇ,
ਸਤਿਗੁਰਾਂ ਨੂੰ ਲਲਕਾਰੇ। ਜੁਤ ਸੈਨ ਗੁਰੂ ਕਰ ਜੰਗ ਹਨ। ਕਿਹੜਾ ਹੈ ਜਿਹੜਾ ਫੌਜ ਦੇ ਸਮੇਤ ਸਤਿਗੁਰਾਂ ਦੇ ਨਾਲ ਜੰਗ ਲੜੇ ਔਰ ਲੜ ਕਰਕੇ ਸਤਿਗੁਰਾਂ ਦਾ ਵਿਨਾਸ਼ ਕਰ ਸਕਦਾ ਹੋਵੇ। ਜਿਸ ਪੈ ਵਿਸ਼ਵਾਸ ਹੋਤੋ ਜੈ ਕੋ। ਜਿਸ ਦੇ ਉੱਪਰ ਵਿਸ਼ਵਾਸ ਸੀ ਮੈਨੂੰ ਆਪਣੀ ਜਿੱਤ ਦਾ, ਭਾਵ ਕਾਬਲੀ ਬੇਗ। ਜਮ ਧਾਮ ਗਇਓ ਗੁਰਦੈ ਭੈ ਕੋ। ਸਤਿਗੁਰਾਂ ਦੇ ਸਾਹਮਣੇ ਲੜਦਾ ਹੋਇਆ ਜਮਾਂ ਦੇ ਧਾਮ ਚਲਿਆ ਗਿਆ ਹੈ, ਮਾਰਿਆ ਗਿਆ ਹੈ, ਮੌਤ ਹੋ ਗਈ। ਸਤਿਗੁਰੂ ਉਸੇ ਤਰੀਕੇ ਦੇ ਨਾਲ ਸਾਹਮਣੇ ਖਲੋਤੇ ਹੋਏ ਆ, ਬੇਰ ਰਸ ਧਾਰ ਕੇ, ਔਰ ਸਾਡੇ ਹਿਰਦੇ ਨੂੰ ਡਰ ਦੇ ਰਹੇ ਆ, ਡਰਾ ਰਹੇ ਹਨ। ਭੈ ਭੀਤ ਕੀਤਾ ਹੋਇਆ ਹੈ ਸਾਡੇ ਤਾਈਂ ਸਤਿਗੁਰਾਂ ਨੇ। ਜਹ ਕਾਬਲ ਬੇਗ ਖਰੋ ਹੋਏ ਬੋ। ਜਿੱਥੇ ਕਾਬਲੀ ਬੇਗ ਜਾ ਕਰਕੇ ਖਲੋਤਾ ਸੀ ਜੰਗ ਦੇ ਵਿੱਚ, ਫਿਰ ਜੰਗ ਬਹਾਦਰ ਹੋਇਆ ਕੋਏ ਬੋ। ਹੁਣ ਉਹਦੀ ਜਗ੍ਹਾ ਤੇ ਕਿਹੜਾ ਸੂਰਮਾ ਹੈ ਜਿਹੜਾ ਜਾ ਕਰਕੇ ਖਲੋ ਜਾਵੇ ਤੇ ਸਤਿਗੁਰਾਂ ਨੂੰ ਇਕੱਲਿਆਂ ਜੰਗ ਦੇ ਲਈ ਲਲਕਾਰੇ, ਕਿਉਂਕਿ ਕਿਸੇ ਦੇ ਸਰੀਰ ਦੇ ਵਿੱਚ ਐਸਾ ਜ਼ੋਰ ਹੈ ਹੀ ਨਹੀਂ। ਤਿਸਹੀਨ ਅਬੈ ਰਨ ਕੌਣ ਕਰ। ਉਹਦੇ ਤੋਂ ਬਿਨਾਂ ਇਹ ਜੰਗ ਖਾਲੀ ਪਿਆ ਮੇਰੇ ਵਾਲੇ ਪਾਸਿਓਂ। ਕੌਣ ਹੁਣ ਮੇਰੇ ਪਾਸਿਓਂ ਜਾ ਕਰਕੇ ਸਤਿਗੁਰਾਂ ਨੂੰ ਲਲਕਾਰੇ ਔਰ ਜੰਗ ਲੜੇ। ਕਹਿ ਆਯੁਧ ਕੋ ਗੁਰ ਅਗਰ ਅਰੈ। ਕੋਈ ਨਹੀਂ ਹੈ ਸਾਡੇ ਵਿੱਚੋਂ ਜਿਹੜਾ ਹੱਥਾਂ ਦੇ ਵਿੱਚ ਸ਼ਸਤਰ ਪਕੜ ਲਵੇ ਤੇ ਜਾ ਕਰਕੇ ਸਤਿਗੁਰਾਂ ਦੇ ਸਾਹਮਣੇ ਅੜ ਜਾਵੇ ਰਣ ਤੱਤੇ ਵਿੱਚ। ਮਨ ਦੀਨ ਬਲਿਓ ਬਹੁ ਬੇਗ ਲਲਾ। ਐਸੀਆਂ ਵਿਚਾਰਾਂ ਵਿਚਾਰਦਾ ਹੋਇਆ ਉਦਾਸ ਹੈ ਮਨ ਤੋਂ, ਬਿਲਕੁਲ ਢਹਿ ਗਿਆ ਹੈ ਮਨ ਇਸ ਦਾ। ਪਹਿਲਾਂ ਹੰਕਾਰੀ ਸੀ ਮਨ ਦੇ ਵਿੱਚ, ਹੁਣ ਹੰਕਾਰ ਨਿਰਵਿਰਤ ਹੋ ਗਿਆ ਤੇ ਗਰੀਬੀ ਵਸ ਗਈ ਹੈ। ਦੀਨ ਹੋ ਗਿਆ, ਮਨ ਢਿਆ ਹੋਇਆ, ਉਦਾਸ ਹੈ। ਐਸੀ ਹਾਲਾਤ ਦੇ ਵਿੱਚ ਖਲੋਤਾ ਲਲਾ ਬੇਗ, ਜਿਹੜਾ 35,000 ਫੌਜ ਦਾ ਸਰਦਾਰ ਸੀ। ਵੇਖ ਕੰਬਰ ਬੇਗ ਸੋ ਧੀਰ ਭਲਾ। ਜਦੋਂ ਵੇਖਿਆ ਹੈ ਆਪਣੇ ਭਰਾ ਨੂੰ ਐਸੀ ਦੁਚਿੱਤੀ ਦੇ ਵਿੱਚ, ਐਸੀ ਮਾਯੂਸੀ ਦੇ ਵਿੱਚ, ਐਸੀ ਤਕਲੀਫ ਦੇ ਵਿੱਚ, ਇਹਦਾ ਜਿਹੜਾ ਛੋਟਾ ਭਰਾ ਸੀ ਕੰਬਰ ਬੇਗ, ਉਹ ਉਸ ਸਮੇਂ ਇਸ ਦੇ ਪਾਸ ਆਇਆ। ਕਹਿ ਬਾਕ ਨ ਚਿੰਤ ਕਛੂ ਧਰੀਏ। ਉਸਨੇ ਬਚਨ ਕਹਿਣ ਲੱਗਾ, ਇਹ ਭਰਾਤਾ ਜੀ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ, ਫਿਕਰ ਨਾ ਕਰੋ ਆਪਣੇ ਹਿਰਦੇ ਦੇ ਵਿੱਚ। ਰਣ ਭੀਮ ਰਚੋ ਪਿਖਵੇ ਕਰੀਏ। ਵੇਖਿਓ ਹੁਣ ਮੈਂ ਜਾ ਕਰਕੇ ਜੰਗ ਦੇ ਵਿੱਚ ਭਿਆਨਕ ਜੰਗ ਲੜਾਂਗਾ ਸਤਿਗੁਰਾਂ ਦੇ ਨਾਲ। ਗਨ ਸ਼ਤਰਨ ਕੋ ਤਰਵਾਰਨ ਸੋ। ਬਹੁਤ ਸਾਰੇ ਵੈਰੀਆਂ ਨੂੰ ਆਪਣੀਆਂ ਤਿੱਖੀਆਂ ਤਲਵਾਰਾਂ ਦੇ ਰਾਹੀਂ ਕਤਲਾਮ ਕਰੋ ਬਹਵਾਰਨ ਸੋ। ਬੜੇ ਭਿਆਨਕ ਵਾਰ ਕਰ ਕਰਕੇ ਮੈਂ ਵੈਰੀ ਫੌਜ ਦਾ ਕਤਲੇਆਮ ਕਰਾਂਗਾ, ਮੈਂ ਵਿਨਾਸ਼ ਕਰ ਦਿਆਂਗਾ ਦੁਸ਼ਮਣ ਦੀ ਫੌਜ ਦੇ ਤਾਈਂ। 500 ਅਸਵਾਰਨ ਸੰਗ ਲਏ। 500 ਘੋੜ ਸਵਾਰ ਇਸ ਨੇ ਕੰਬਰ ਵੇਗ ਨੇ ਆਪਣੇ ਪਿੱਛੇ ਕੀਤੇ, ਆਪਣੇ ਨਾਲ ਲਏ ਹਨ। ਨਿਜ ਦੁੰਦਬ ਦੋਹਰ ਚੋਬ ਦਏ। ਔਰ ਆਪਣੇ ਦੁੰਦਬਾਂ ਦੇ ਉੱਪਰ, ਨਗਾਰਿਆਂ ਦੇ ਉੱਪਰ ਦੋਹਰੀਆਂ ਜਿਹੜੀਆਂ ਚੋਬਾਂ ਉਹ ਉਸ ਸਮੇਂ ਪਵਾ ਦਿੱਤੀਆਂ, ਜਿਹੜੀਆਂ ਜੰਗ ਲੜਨ ਦੀਆਂ ਜਨਾਇਕ ਹਨ। ਤੁਬਕਾਨ ਚਲਾਵਤ ਨੇਰ ਕਰਿਓ। ਦੂਰੋਂ ਹੀ ਬੰਦੂਕਾਂ ਚਲਾਉਂਦੇ ਹੋਏ ਨੇ ਸਤਿਗੁਰਾਂ ਦੀ ਫੌਜ ਦਾ ਨੇੜਾ ਕੀਤਾ ਹੈ, ਪਾਸ ਸਾਹਮਣੇ ਆ ਗਿਆ ਹੈ ਜੰਗ ਦੇ ਵਿੱਚ। ਨਿਜ ਹਾਰ ਲਖੇ ਔਰ ਕੋਪ ਭਰਿਓ। ਪਛਾਣ ਤੇ ਗਿਆ ਵੀ ਮੇਰੀ ਜੰਗ ਦੇ ਵਿੱਚ ਹਾਰ ਹੋਏਗੀ, ਪਰ ਹੁਣ ਹਾਰ ਮੰਨੇ ਕਿਵੇਂ? ਹੰਕਾਰੀ ਬੰਦਾ ਮਰਨੋਂ ਮਰ ਜਾਂਦਾ, ਹੰਕਾਰ ਜਗ ਰਸਿਆ ਹੋਇਆ ਹਾਰ ਥੋੜੀ ਮੰਨਦਾ ਕਦੇ। ਇਹ ਹੀ ਬਸ ਹੰਕਾਰੀ ਬੰਦੇ ਦੇ ਲੱਛਣ ਹੁੰਦੇ ਆ ਵੀ ਬਿਲਕੁਲ ਹਾਰਿਆ ਹੋਵੇ, ਤਾਣ ਨਾ ਹੋਵੇ, ਬਲ ਨਾ ਹੋਵੇ, ਖੀਨ ਹੋ ਜਾਵੇ ਸਭ ਕੁਝ, ਪਰ ਫਿਰ ਵੀ ਹਾਰ ਨਹੀਂ ਮੰਨਦਾ, ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ ਵੀ ਮੈਂ ਹਾਰ ਗਿਆ। ਸਗੋਂ ਹੋਰ ਖਿੱਚਦਾ, ਗੁੱਸੇ ਵਿੱਚ ਆਉਂਦਾ, ਸੋਚਣ ਸਮਝਣ ਦੀ ਸਮਰੱਥਾ ਸ਼ਕਤੀ ਵਿਨਾਸ਼ ਕਰ ਦਿੰਦਾ। ਸੋ ਕੰਬਰ ਵੇਗ ਦੇ ਨਾਲ ਵੀ ਇਹੀ ਹੋਇਆ, ਹੰਕਾਰੀ ਸੀ, ਮੰਨਦਾ ਨਹੀਂ ਹਾਰ। ਕੋਪ ਗੁੱਸੇ ਦਾ ਪ੍ਰੇਰਿਆ ਹੋਇਆ ਮਰਨ ਦੇ ਵਾਸਤੇ ਆ ਗਿਆ ਸਾਹਮਣੇ। ਗੁਰ ਕੇ ਤਨ ਘਾਵ ਲਹੂ ਜੋ ਲਗਿਓ। ਇਧਰ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੜੀ ਬਹਾਦਰ, ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਿ ਉਪਕਾਰੀ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸਰੀਰ ਤੇ ਜਿਹੜਾ ਥੋੜਾ ਜਿਹਾ ਘਾਵ ਲੱਗਿਆ ਸੀ ਨਾ, ਕਾਬਲੀ ਬੇਗ ਦੀ ਸ਼੍ਰੀ ਸਾਹਿਬ ਦੀ ਨੋਕ ਦੇ ਨਾਲ, ਨਾਭੀ ਵਾਲੀ ਥਾਂ ਤੋਂ ਥੋੜਾ ਉੱਪਰ ਤੇ ਛਾਤੀ ਵਾਲੀ ਥਾਂ ਤੋਂ ਥੋੜਾ ਜਿਹਾ ਥੱਲੇ, ਕਮਰ ਕੱਸੇ ਦੇ ਨਾਲ
ਇਸ ਥਾਂ ਤੇ ਜ਼ਖਮ ਲੱਗਣ ਕਰਕੇ ਜਿਹੜਾ ਛੋਟਾ ਜਿਹਾ ਜ਼ਖਮ ਹੋਇਆ ਸੀ, ਛੁਟ ਸ਼ਰੋਣਤ ਚੀਰ ਸੋ ਰੰਗ ਪਗਿਓ। ਉਸ ਜਗ੍ਹਾ ਤੋਂ ਖੂਨ ਵਗਣ ਦਾ ਕਰਕੇ, ਲਹੂ ਡੁੱਲਣ ਦਾ ਕਰਕੇ ਸਤਿਗੁਰਾਂ ਦੇ ਧਾਰਨ ਕੀਤੇ ਹੋਏ ਬਾਣੇ ਨੂੰ ਵਸਤਰਾਂ ਦੇ ਤਾਈਂ ਖੂਨ ਲੱਗ ਗਿਆ, ਭਿੱਜ ਗਿਆ ਹੈ। ਉਸ ਜਗ੍ਹਾ ਦੇ ਉੱਪਰੋਂ ਸਤਿਗੁਰਾਂ ਦਾ ਜੋ ਬਾਣਾ ਹੈ, ਜੋ ਪਵਿੱਤਰ ਸਤਿਗੁਰਾਂ ਨੇ ਵਸਤਰ ਧਾਰਨ ਕੀਤੇ ਹੈ, ਉਤਰਿਓ ਤਤਕਾਲ ਹੈ ਜੋਧ ਬਲੀ। ਜਦੋਂ ਐਸੀ ਹਾਲਾਤ ਵੇਖੀ, ਉਸੇ ਸਮੇਂ ਜਿਹੜਾ ਜੋਧਸ਼ਾਹ ਸੀ, ਬਲੀ ਸੂਰਮਾ ਹੈ, ਸਤਿਗੁਰਾਂ ਦਾ ਸੇਵਕ, ਇਹਨੇ ਝਟਪਟ ਘੋੜਾ ਛੱਡਿਆ, ਥੱਲੇ ਉਤਰਿਆ। ਇਹ ਬੰਦਤ ਭਾਵ ਰੀਤ ਭਲੀ। ਉਸ ਜਗ੍ਹਾ ਦੇ ਉੱਪਰ ਸਤਿਗੁਰਾਂ ਦੇ ਜਿੱਥੇ ਜ਼ਖਮ ਲੱਗਿਆ ਹੋਇਆ ਸੀ, ਭਲੀ ਪ੍ਰਕਾਰ ਇਸਨੇ ਪੱਟੀ ਬੰਨੀ ਹੈ। ਸਤਿਗੁਰਾਂ ਦੇ ਜ਼ਖਮ ਵਾਲੇ ਥਾਂ ਦੀ ਸੰਭਾਲ ਕੀਤੀ, ਸੇਵਾ ਕੀਤੀ। ਗੁਰ ਸ਼ੀਗਰ ਤੁਰੰਗ ਚੜੇ ਰਣ ਮੈਂ। ਇਉਂ ਜਦੋਂ ਇਹ ਕਾਰਜ ਕਰ ਚੁੱਕਿਆ, ਗਰੀਬ ਨਵਾਜ ਨੇ ਫਿਰ ਫੁਰਤੀ ਕੀਤੀ, ਦੋਹਰੇ ਫਿਰ ਘੋੜੇ ਦੇ ਉੱਪਰ ਸਵਾਰ ਹੋ ਗਏ। ਨਹਿ ਮਾਨਤ ਘਾਵ ਲਗਿਓ ਤਨ ਮੈਂ। ਕਿੱਥੇ ਮੰਨਦੇ ਆ ਸੱਚੇ ਪਾਤਸ਼ਾਹ, ਕੋਈ ਪੀੜ ਨਹੀਂ, ਕੋਈ ਪਰਵਾਹ ਨਹੀਂ, ਕੋਈ ਫਿਕਰ ਨਹੀਂ ਕਿਸੇ ਪ੍ਰਕਾਰ ਦਾ। ਚੜ੍ਹਦੀ ਕਲਾ ਦੇ ਵਿੱਚ ਉਸੇ ਤਰੀਕੇ ਫਿਰ ਰਣ ਤੱਤੇ ਦੇ ਵਿੱਚ ਰਣ ਕਰਨ ਦੇ ਲਈ ਉਤਸ਼ਾਹਤ ਹਨ, ਤਿਆਰ ਹਨ। ਇਤਨੇ ਮਹਿ ਕੰਬਰ ਬੇਗ ਆਇਓ। ਇੰਨੇ ਚਿਰ ਨੂੰ ਸਤਿਗੁਰਾਂ ਦੇ ਸਵਾਰ ਹੋਣ ਦੀ ਦੇਰ ਸੀ ਕਿ ਸਾਹਮਣਿਓਂ ਬੰਦੂਕਾਂ ਦੀਆਂ ਗੋਲੀਆਂ ਚਲਾਉਂਦਾ ਹੋਇਆ ਕੰਬਰ ਵੇਗ ਨੇੜੇ ਪਹੁੰਚ ਗਿਆ ਹੈ। ਬਹੁ ਸੂਰਨ ਕੋ ਨਿਜ ਸੰਗ ਲਇਓ। ਬਹੁਤ ਸਾਰੇ ਸੂਰਮੇ ਇਸਨੇ ਆਪਣੇ ਨਾਲ ਲਏ ਹੋਏ ਐ। ਕਰ ਜੋਰ ਕਹਿਓ ਤਬ ਜੋਧ ਬਲੀ। ਉਸ ਸਮੇਂ ਜੋਧਸ਼ਾਹ ਜਿਹੜਾ ਬੜਾ ਬਲਵਾਨ ਹੈ, ਇਸਨੇ ਦੋਵੇਂ ਹੱਥ ਜੋੜੇ ਸਤਿਗੁਰਾਂ ਨੂੰ ਅਰਜ਼ ਕੀਤੀ। ਰਣ ਆਪ ਬਿਲੋਕ ਹੋ ਰੀਤ ਭਲੀ। ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਆਪ ਮਿਹਰ ਕਰੋ ਮੇਰੇ ਤੇ, ਮੈਨੂੰ ਅਸ਼ੀਰਵਾਦ ਦਿਓ। ਆਪ ਇੱਥੇ ਖਲੋ ਕਰਕੇ ਆਪ ਆਰਾਮ ਦੇ ਨਾਲ ਇਸ ਜੰਗ ਦੇ ਤਾਈਂ ਵੇਖੋ ਤੱਕੋ ਦੇ। ਮੁਝ ਆਇਸ ਦੇਹੁ ਸੰਘਾਰ ਕਰਾਂ। ਮੈਨੂੰ ਆਗਿਆ ਦੇ ਦਿਓ, ਮੈਂ ਜਾ ਕੇ ਇਸ ਹੰਕਾਰੀ ਦਾ, ਪਾਪੀ ਦਾ ਵਿਨਾਸ਼ ਕਰ ਦਿਆਂ। ਤੁਰਕਾਨ ਮਹਾਰਿਪ ਤੇਜ ਹਰਾਂ। ਇਹਨਾਂ ਤੁਰਕਾਂ ਦਾ ਜੋ ਮਹਾਨ ਵੈਰੀਆਂ ਦਾ ਤੇਜ ਹੈ, ਪ੍ਰਤਾਪ ਹੈ, ਕੰਬਰ ਬੇਗ ਨੂੰ ਮਾਰ ਕੇ ਮੈਂ ਵਿਨਾਸ਼ ਕਰ ਦਿਆਂਗਾ। ਇੱਕ ਦੂਤ ਸੋ ਬੂਝਨ ਕੀਨ ਤਵੈ। ਉਸ ਸਮੇਂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਪਾਸ ਹਸਨ ਖਾਨ ਦੂਤ ਖਲੋਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਪੁੱਛਿਆ ਹਸਨ ਖਾਨ ਦੇ ਤਾਏ, ਇਹੋ ਕੌਣ ਆਇਓ ਰਣ ਹੇਤ ਆਵੈ। ਮਹਾਰਾਜ ਸਾਹਿਬ ਕਹਿਣ ਲੱਗੇ, ਦੱਸ ਹਸਨ ਖਾਨ ਇਹ ਕੌਣ ਹੈ ਜਿਹੜਾ ਹੁਣ ਜੰਗ ਲੜਨ ਦੇ ਲਈ ਆਇਆ ਹੈ। ਕਰ ਜੋਰ ਉਚਾਰਨ ਦੂਤ ਕਰੀ। ਦੋਵੇਂ ਹੱਥ ਜੋੜੇ ਹਸਨ ਖਾਨ ਨੇ ਔਰ ਸਤਿਗੁਰਾਂ ਦੇ ਤਾਈਂ ਦੱਸਣ ਲੱਗਾ। ਸੁਣੀਏ ਗੁਰ ਪੀਰ ਰਿਪੂਨ ਹਰੀ। ਕਹਿਣ ਲੱਗਾ, ਹੇ ਭਾਰੀ ਪੀਰ ਅਜਮਤਵਾਨ ਗੁਰੂ ਜੀ ਸੁਣੋ, ਵੈਰੀਆਂ ਦੇ ਤਾਈਂ ਵਿਨਾਸ਼ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਦੱਸਦਾ ਹਾਂ। ਇਹ ਕੰਬਰ ਬੇਗ ਸੋ ਬੇਗ ਆਇਓ। ਇਹਦਾ ਨਾਮ ਕੰਬਰ ਵੇਗ ਹੈ, ਜਿਹੜਾ ਬੜੀ ਕਾਹਲੀ ਦੇ ਨਾਲ ਹੁਣ ਤੁਹਾਡੇ ਸਨਮੁਖ ਜੰਗ ਦੇ ਵਿੱਚ ਆ ਕੇ ਖਲੋਤਾ ਹੈ ਜੀ। ਭਗਨੀ ਸੁਤ ਮਾਰਤ ਕੋਗ ਭਇਓ। ਇਹ ਲਲਾ ਬੇਗ ਦਾ ਛੋਟਾ ਭਰਾ ਹੈ, ਇਹਦਾ ਭਣੇਵਾ ਕਾਬਲੀ ਬੇਗ ਤੁਹਾਡੇ ਹੱਥੋਂ ਮਾਰਿਆ ਗਿਆ, ਇਸ ਕਰਕੇ ਬੜਾ ਗੁੱਸੇ ਦੇ ਵਿੱਚ ਹੈ ਜੀ। ਬਹੁਤ ਜ਼ਿਆਦਾ ਕ੍ਰੋਧਵਾਨ ਹੋ ਕੇ ਪਹੁੰਚਿਆ ਹੈ ਹੁਣ ਚੜ੍ਹਾਈ ਕਰਨ ਦੇ ਲਈ। ਲਗ ਭਰਾਤ ਲਖੋ ਇਹੋ ਬੇਗ ਲਲਾ। ਛੋਟਾ ਭਰਾ ਸਮਝੋ ਇਸ ਨੂੰ, ਇਹ ਲਲਾ ਬੇਗ ਦਾ ਸਕਾ ਛੋਟਾ ਭਰਾ ਹੈ ਜੀ। ਮਰ ਹੈ ਅਬ ਸੰਗਰ ਠਾਨ ਭਲਾ। ਹੁਣ ਭਲੀ ਪ੍ਰਕਾਰ ਜੰਗ ਮਚਾਏਗਾ ਔਰ ਇਸ ਜੰਗ ਦੇ ਵਿੱਚ ਇਹ ਵੀ ਆਪਣੀ ਜਾਨ ਗਵਾ ਬਏਗਾ, ਮਾਰਿਆ ਜਾਏਗਾ। ਸੁਨ ਸ਼੍ਰੀ ਗੁਰ ਆਇਸ ਦੇਤ ਭਏ। ਜਦੋਂ ਐਸੇ ਬਚਨ ਹਸਨ ਖਾਨ ਦੇ ਸੁਣੇ, ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਜੋਧਸ਼ਾਹ ਨੂੰ ਜੰਗ ਲੜਨ ਦੀ ਆਗਿਆ ਦੇ ਦਿੱਤੀ। ਤੁਮ ਜੋਧ ਬਲੀ ਬੜ ਜੁਧ ਕਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਬੜਾ ਬਲੀ ਹੈ ਜੋਧਸ਼ਾਹ, ਵੱਡਾ ਜੰਗ ਦੇ ਵਿੱਚ ਇਸ ਦੇ ਵਿੱਚ ਤੂੰ ਹਿੱਸਾ ਪਾਇਆ, ਕਰਤੱਵ ਕਰਕੇ ਦਿਖਾਇਆ, ਬੜੀ ਬਹਾਦਰੀ ਦੇ ਨਾਲ ਇਸ ਜੰਗ ਦੇ ਵਿੱਚ ਯੋਗਦਾਨ ਪਾਇਆ। ਇਹ ਇੱਕ ਪਹਿਰ ਰਾਤ ਰਹਿੰਦੀ ਤੋਂ ਜੰਗ ਦੇ ਵਿੱਚ ਮਸ਼ਗੂਲ ਹੈ ਜੋਧਸ਼ਾਹ। ਜਦੋਂ ਦੂਜੀ ਵੇਰ 8000 ਦੀ ਫੌਜ ਦੀ ਟੁਕੜੀ ਆਈ ਸੀ ਚੜ੍ਹ ਕੇ, ਉਸ ਸਮੇਂ ਤੋਂ ਇਸਨੇ ਸਿੱਖ ਫੌਜ ਦੀ ਅਗਵਾਈ ਸੰਭਾਲੀ ਹੋਈ ਹੈ, ਸਿੱਖ ਸੂਰਮਿਆਂ ਦੀ। ਆਪਣੇ ਜਿਹੜੇ ਇਹਦੇ 2000 ਨਿੱਜੀ ਫੌਜੀ ਸੈਨਿਕ ਸੀ ਉਹਨਾਂ ਨੂੰ ਨਾਲ ਲੈ ਕੇ। ਸੋ ਸਤਿਗੁਰਾਂ ਨੇ ਇਸ ਕਰਕੇ ਪ੍ਰਸੰਨਤਾ ਕੀਤੀ ਹੈ ਇਸ ਦੇ ਉੱਪਰ। ਹੱਥ ਲਿਓ ਇਸੇ ਜਸ ਪਾਏ ਭਲੋ। ਮਹਾਰਾਜ ਕਹਿੰਦੇ, ਜਾ ਆਸ਼ੀਰਵਾਦ ਹੋਇਆ ਸਾਡਾ, ਮਾਰ ਲੈ ਇਹਨੂੰ ਜੰਗ ਦੇ ਵਿੱਚ ਕੰਬਰ ਵੇਗ ਨੂੰ।
ਮਾਰ ਕਰਕੇ ਭਲੀ ਪ੍ਰਕਾਰ ਵਡਿਆਈ ਖੱਟ ਲੈ ਤੇਰਾ ਜਸ ਹੋਏਗਾ। ਗੁਰ ਬਾਕ ਸੁਨੇ ਹੁਲਸਾਏ ਚਲੋ। ਜਦੋਂ ਸਤਿਗੁਰਾਂ ਦੇ ਬਚਨ ਸੁਣੇ ਬੜਾ ਪ੍ਰਸੰਨ ਹੋ ਕੇ ਤੁਰ ਪਿਆ ਹੈ। ਬਹੁ ਸੈਨ ਪਠੀ ਪਛਾਤ ਤਿਸੇ। ਉਸ ਦੇ ਪਿੱਛੇ ਜੋਧ ਸ਼ਾਹ ਦੇ ਸਤਿਗੁਰਾਂ ਨੇ ਆਪਣੀ ਵਾਹ ਚੋਖੀ ਫੌਜ ਹੈ ਜਿਹੜੀ ਉਹ ਘੱਲ ਦਿੱਤੀ ਹੈ। ਚਲ ਜਾਤ ਹਤੈ ਤੁਪਕਾਨ ਰਸੇ। ਸਾਰੇ ਸਿੱਖ ਸੂਰਮੇ ਵੀ ਮੁਗਲਾਂ ਵਾਲੇ ਪਾਸੇ ਨੂੰ ਬੇਰ ਰਸ ਦੇ ਪ੍ਰੇਰੇ ਹੋਏ ਬੰਦੂਕਾਂ ਚਲਾਉਂਦੇ ਚੱਲ ਪਏ ਹਨ। ਵਿਚਰੇ ਬਰ ਵੀਰ ਸੋ ਅਗਰ ਭਏ। ਵਿਚਰੇ ਹਨ ਬਲੀ ਜਿਹੜੇ ਸੂਰਮੇ ਆ ਜੰਗ ਦੇ ਵਿੱਚ ਸਾਹਮਣੇ ਹੋ ਕਰਕੇ ਸਨਮੁਖ ਇੱਕ ਦੂਜੇ ਦੇ ਤਾਈਂ ਸ਼ਸਤਰਾਂ ਦਾ ਵਾਰ ਕਰਦੇ ਆ। ਕੋਈ ਕਿਸੇ ਦਾ ਭੈ ਨਹੀਂ ਮੰਨਦਾ। ਅੱਜ ਟੋਲ ਤਫੰਗਨ ਛੋੜ ਦਏ। ਟੋਲੇ ਦੇ ਰੂਪ ਦੇ ਵਿੱਚ ਇਕੱਠੀਆਂ ਬਹੁਤ ਸਾਰੀਆਂ ਬੰਦੂਕਾਂ ਚੱਲਦੀਆਂ ਇੱਕੇ ਵਾਰ ਚਲਾਉਂਦੇ ਆ ਸੂਰਮੇ। ਕੜ ਕਾਰਨ ਕੇ ਬੜ ਨਾਦ ਉਠੇ। ਔਰ ਕੜਾਕਿਆਂ ਦੇ ਬੰਦੂਕਾਂ ਦੇ ਚੱਲਣ ਦੀ ਗੋਲੀ ਦੀ ਜਿਹੜੀ ਧੁਨੀ ਹੈ ਆਵਾਜ਼ ਹੈ ਉਹ ਜੰਗ ਦੇ ਵਿੱਚ ਬਹੁਤ ਭਾਰੀ ਉੱਠ ਰਹੀ ਹੈ। ਉਸ ਆਵਾਜ਼ ਦੇ ਨਾਲ ਰਣ ਭੂਮੀ ਹੈ ਜਿਹੜੀ ਬਿਲਕੁਲ ਪਰਿਪੂਰਨ ਹੋ ਰਹੀ ਹੈ ਜੀ। ਲਗ ਗੋਰਨ ਤੇ ਧਰ ਸੂਰ ਲੁਠੇ। ਔਰ ਵੱਜਣ ਕਰਕੇ ਇਹਨਾਂ ਗੋਲੀਆਂ ਦੇ ਸ਼ਿਕਾਰ ਹੋਣ ਦਾ ਕਰਕੇ ਜਿਹੜੇ ਸੂਰਮੇ ਹੈ ਉਹ ਲੁੱਛਦੇ ਹਨ, ਧਰਤੀ ਦੇ ਉੱਪਰ ਡਿੱਗ ਕਰਕੇ ਤੜਫਦੇ ਹੈ। ਐਸੀ ਹਾਲਾਤ ਹੋ ਰਹੇ ਹੈ। ਤਬ ਜੋਧਰੋ ਕੰਬਰ ਵੇਗ ਭਿਰੇ। ਇੱਕ ਬੰਨੇ ਤੇ ਸੂਰਮਿਆਂ ਦਾ ਆਪਸਰੀ ਯੁੱਧ ਮੱਚਿਆ ਹੋਇਆ, ਦੂਜੇ ਬੰਨੇ ਦੋਵਾਂ ਫੌਜਾਂ ਦੇ ਜਿਹੜੇ ਆਗੂ ਹੈ ਜਰਨੈਲ ਜੋਧ ਸ਼ਾਹ ਸਤਿਗੁਰਾਂ ਵਾਲੇ ਪਾਸਿਓਂ ਔਰ ਲਲਾ ਬੇਗ ਵਾਲੇ ਪਾਸਿਓਂ ਇਸ ਦਾ ਛੋਟਾ ਭਰਾ ਕੰਬਰ ਬੇਗ, ਇਹ ਦੋਵੇਂ ਸੂਰਮੇ ਆਪਸਰੀ ਦੇ ਵਿੱਚ ਭਿੜ ਪਏ ਹਨ। ਹੋਏ ਸੰਮੁਖ ਤੇਜ਼ ਤੁਰੰਗ ਕਰੇ। ਇੱਕ ਦੂਜੇ ਨੂੰ ਸਾਹਮਣੇ ਕਰਕੇ ਘੋੜਿਆਂ ਦੀ ਗਤੀ ਵਧਾ ਲਈ ਦੌੜਾਇਆ ਹੈ ਆਮੋ ਸਾਹਮਣੇ। ਦੋਹੂ ਔਰਨ ਤੀਰ ਚਲਾਵਤ ਹੈ। ਔਰ ਦੌੜਦੇ ਹੋਏ ਘੋੜਿਆਂ ਦੇ ਉੱਪਰੋਂ ਦੋਵੇਂ ਯੋਧੇ ਸੂਰਮੇ ਇੱਕ ਦੂਜੇ ਵੱਲ ਵੇਖ ਕੇ ਤੀਰ ਚਲਾਉਂਦੇ ਆ, ਇੱਕ ਦੂਜੇ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾ ਰਹੇ ਹਨ ਨੇ। ਐ ਕੋ ਚਪਲਾਏ ਬਚਾਵਤ ਹੈ। ਇੱਕ ਦੂਜੇ ਦੇ ਛੱਡੇ ਹੋਏ ਤੀਰ ਤੋਂ ਬਚਣ ਦੇ ਲਈ ਆਪਣੇ ਘੋੜਿਆਂ ਨੂੰ ਚੰਚਲਤਾ ਦੇ ਨਾਲ ਉਛਲ ਕੂਦ ਕਰਾਉਂਦੇ, ਦਾ ਪੇਚ ਕਦੀ ਤਬਦੀਲ ਕਰਦੇ, ਰਾਹ ਬਦਲਦੇ, ਫੇਰਦੇ ਪ੍ਰੇਰਦੇ, ਬਚਦੇ ਹੋਏ ਇੱਕ ਦੂਜੇ ਵਾਲੇ ਪਾਸੇ ਨੂੰ ਅੱਗੇ ਵਧਦੇ ਜਾ ਰਹੇ ਹਨ ਨੇ। ਧਨ ਤਾਨ ਤਕਾਨ ਛੁਆਵਤ ਹੈ। ਤਨ ਕਰਕੇ ਧਨੁੱਖ ਦੇ ਤਾਈ ਤੰਦੀ ਨੂੰ ਖਿੱਚ ਕੇ ਰੱਖ ਕੇ ਤੀਰ ਤੰਦੀ ਦੇ ਉੱਪਰ ਤੰਦੀ ਨੂੰ ਕੰਨ ਤੱਕ ਖਿੱਚ ਕਰਕੇ ਛੱਡਦੇ ਹਨ। ਕਰ ਪੂਰਨ ਛਤਰ ਤਕਾਵਤ ਹੈ। ਔਰ ਇਸ ਤਰੀਕੇ ਨਾਲ ਬਿਲਕੁਲ ਨਿਗਾਹ ਭਰ ਕੇ ਵੇਖਦੇ ਆ ਵੈਰੀ ਦੇ ਤਾਈ ਇੱਕ ਦੂਜੇ ਦੇ ਤਾਈ ਕਿ ਸਾਡੇ ਛੱਡੇ ਹੋਏ ਤੀਰ ਦਾ ਨਿਸ਼ਾਨਾ ਸਾਡਾ ਜਿਹੜਾ ਵੈਰੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਬਣ ਜਾਵੇ, ਸਾਡਾ ਤੀਰ ਹੈ ਜਿਹੜਾ ਅਜਾਈ ਵਿਅਰਥ ਖਾਲੀ ਨਾ ਚਲਿਆ ਜਾਵੇ। ਔਰ ਰੋਸ ਭਰੇ ਲਲਕਾਰਤ ਹੈ। ਹਿਰਦਾ ਜਿਹੜਾ ਦੋਵਾਂ ਦਾ ਵੀਰ ਰਸ ਦੇ ਨਾਲ ਭਰਿਆ ਹੋਇਆ, ਇੱਕ ਦੂਜੇ ਨੂੰ ਲਲਕਾਰੇ ਵੀ ਮਾਰਦੇ ਆ ਜੰਗ ਲੜਨ ਦੇ ਲਈ। ਭਟ ਅਗਰ ਵਧੈ ਤਿਸ ਮਾਰਤ ਹੈ। ਜਿਹੜਾ ਸੂਰਮਾ ਅੱਗੇ ਵੱਧ ਕੇ ਦੋਵਾਂ ਦੇ ਸਾਹਮਣੇ ਆਉਂਦਾ ਇਹਨਾਂ ਦਾ ਰਾਹ ਰੋਕਣ ਦੇ ਲਈ ਉਹਨਾਂ ਦੇ ਤਾਈਂ ਦੋਵੇਂ ਸੂਰਮੇ ਵਿਨਾਸ਼ ਕਰ ਦਿੰਦੇ ਹਨ। ਉਤ ਕੰਬਰ ਵੇਗ ਰੋਜੋਧ ਬਲੀ। ਇੱਧਰ ਤੇ ਇਉਂ ਜੰਗ ਦੇ ਵਿੱਚ ਜੰਗ ਮੱਚਿਆ ਹੋਇਆ, ਇੱਧਰ ਜਿਹੜਾ ਕੰਬਰ ਵੇਗ ਔਰ ਜੋਧ ਸ਼ਾਹ ਹਨ ਦੋਵੇਂ। ਸਰ ਛੋਰਨ ਕੀ ਵਿਦ ਜਾਨ ਭਲੀ। ਇਹ ਵੀ ਦੋਵੇਂ ਸੂਰਮੇ ਚੰਗੇ ਤਰੀਕੇ ਨਾਲ ਨਿਪੁੰਨ ਹੈ ਧਨੁੱਖ ਵਿਦਿਆ ਦੇ ਵਿੱਚ। ਜਿਸ ਕੇ ਤਨ ਮੈਂ ਤੱਕ ਮਾਰਤ ਹੈ। ਇਹ ਦੋਵੇਂ ਹੀ ਜਿਸ ਨੂੰ ਆਪਣੇ ਧਨੁੱਖ ਦਾ ਸ਼ਿਕਾਰ ਬਣਾਉਂਦੇ ਆ ਨਾ, ਨਿਸ਼ਾਨਾ ਸਿੰਨ ਕੇ ਛੱਡਦੇ ਹਨ ਜਿਸ ਦੇ ਤਾਏ। ਬਿਨ ਪ੍ਰਾਨ ਕਰੇ ਧਰ ਡਾਰਤ ਹੈ। ਉਸੇ ਨੂੰ ਆਪਣੇ ਤੀਰ ਦੇ ਨਾਲ ਵਿੰਨ ਕਰਕੇ ਸਵਾਸਾਂ ਤੋਂ ਹੀਣਾ ਕਰਕੇ ਮਾਰ ਕਰਕੇ ਧਰਤੀ ਤੇ ਸਿੱਟ ਦਿੰਦੇ ਆ। ਲਗ ਤੀਰ ਸ਼ਰੀਰਨ ਫੋਰਤ ਹੈ। ਜਿਸ ਦੇ ਤਾਈ ਇਹਨਾਂ ਦੇ ਛੱਡੇ ਹੋਏ ਤੀਰ ਲੱਗਦੇ ਆ ਉਹਨਾਂ ਦੇ ਸਰੀਰਾਂ ਦੇ ਤਾਈ ਵਿੰਨ ਦਿੰਦੇ ਆ, ਫੋੜ ਦਿੰਦੇ ਹਨ, ਮਿਟਾ ਦਿੰਦੇ ਹਨ। ਕਰ ਸ਼ੀਗਰ ਖਤੰਗਨ ਛੋਰਤ ਹੈ। ਇਉਂ ਬੜੀ ਕਾਹਲੀ ਦੇ ਨਾਲ, ਬੜੀ ਫੁਰਤੀ ਦੇ ਨਾਲ ਤਿੱਖੇ ਤਿੱਖੇ ਤੀਰਾਂ ਨੂੰ ਦੋਵੇਂ ਸੂਰਮੇ ਛੱਡ ਰਹੇ ਹਨ ਨੇ। ਜਿਮ ਜੋਧ ਪ੍ਰਹਾਰਤ ਬਾਣ ਘਰੇ। ਜਿਸ ਤਰੀਕੇ ਦੇ ਨਾਲ ਜੋਧ ਸ਼ਾਹ ਜੰਗ ਦੇ ਵਿੱਚ ਬਹੁਤ ਤਿੱਖੇ ਤੀਰ ਬੜੀ ਗਿਣਤੀ ਦੇ ਵਿੱਚ ਛੱਡਦਾ ਫੁਰਤੀ ਦੇ ਨਾਲ। ਤਿਮ ਕੰਬਰ ਵੇਗ ਵਿਸਾਲ ਹਨੇ। ਉਸੇ ਤਰੀਕੇ ਸਾਹਮਣੇੋਂ ਕੰਬਲ ਵੇਗ ਵੀ ਬਹੁਤ ਸਾਰੇ ਧਨੁੱਖ ਤੀਰ ਆਪਣੇ ਧਨੁੱਖ ਦੇ ਵਿੱਚੋਂ ਛੱਡਦਾ ਹੈ। ਕਰ ਹੇਲਤ ਘੇਲਤ ਪੇਲਨ ਕੋ। ਦੋਵੇਂ ਪਾਸਿਓਂ ਬਹੁਤ ਭਾਰੀ ਹੱਲਾ ਹੋ ਰਿਹਾ ਇੱਕ ਦੂਜੇ ਨੂੰ ਧੱਕ ਕੇ ਪਿੱਛੇ ਕਰਨ ਦੇ ਲਈ। ਇੱਕ ਠੇਲਤ ਹੋਇਆ ਢਿਗ ਝੇਲਨ ਕੋ।
ਇੱਕ ਦੂਜੇ ਦੇ ਤਾਈ ਜ਼ੋਰ ਦੇ ਨਾਲ ਪਿੱਛੇ ਨੂੰ ਧੱਕਦੇ ਐ ਔਰ ਇੱਕ ਦੂਜੇ ਦੇ ਮਾਰੇ ਹੋਏ ਧੱਕੇ ਨੂੰ ਝੱਲਣ ਦੀ ਕੋਸ਼ਿਸ਼ ਕਰਦੇ ਹਨ ਸੂਰਮੇ। ਜਬ ਛਤਰ ਅਰੇ ਟਿਕ ਜੰਗ ਗਇਓ, ਜਦੋਂ ਇਉਂ ਵੈਰੀ ਆਮੋ ਸਾਹਮਣੇ ਦੋਵਾਂ ਪਾਸਿਆਂ ਦੇ ਸੂਰਮੇ ਅੜ ਗਏ, ਜੰਗ ਹੈ ਜਿਹੜੀ ਟਿਕ ਕੇ ਹੋਣ ਲੱਗ ਪਈ ਹੈ ਬਿਲਕੁਲ ਆਮੋ ਸਾਹਮਣੇ। ਖਿਤ ਦੂਰ ਤਫੰਗਨ ਛੋੜ ਦਿਓ, ਇਧਰ ਜਿਹੜੇ ਸਿੱਖ ਸੂਰਮੇ ਦੂਰ ਖਲੋਤੇ ਹੋਏ ਸੀ ਕੋਈ ਰਣਨੀਤੀ ਦੇ ਮਤਹਿਤ, ਉਹਨਾਂ ਸੂਰਮਿਆਂ ਨੇ ਆਪਣੀਆਂ ਜਿਹੜੀਆਂ ਬੰਦੂਕਾਂ ਇਹਨਾਂ ਨੂੰ ਨਿਸ਼ਾਨਾ ਬਣਾ ਕੇ ਮੁਗਲਾਂ ਨੂੰ ਚਲਾ ਦਿੱਤੀਆਂ। ਤਬ ਕੰਬਰ ਵੇਗ ਬਿਲੰਦ ਕੁਪਿਓ, ਉਸ ਸਮੇਂ ਵੇਖ ਕੇ ਜਿਹੜਾ ਕੰਬਰ ਵੇਗ ਸੀ ਬੜਾ ਗੁੱਸੇ ਵਿੱਚ ਆਇਆ ਵੀ ਮੇਰੀ ਫੌਜ ਦਾ ਨੁਕਸਾਨ ਹੋ ਰਿਹਾ ਹੈ, ਇਹ ਨਿਸ਼ਾਨਾ ਬਣਾ ਰਹੇ ਆ ਸਿੱਖ ਸੂਰਮੇ, ਮੇਰੀ ਫੌਜ ਦੇ ਤਾਂ ਹੀ ਵਿਨਾਸ਼ ਕਰਦੇ ਹਨ। ਮੁਖ ਲਾਲ ਵਿਸਾਲ ਕਰਾਲ ਰੁਪਿਓ, ਉਸ ਸਮੇਂ ਆਪਣੇ ਮੂੰਹ ਨੂੰ ਗੁੱਸੇ ਦੇ ਨਾਲ ਬੜਾ ਭਿਆਨਕ ਤੇ ਲਾਲ ਜਿਹਾ ਕਰ ਲਿਆ। ਜਦੋਂ ਕਿਸੇ ਤੇ ਗੁੱਸਾ ਹਾਵੀ ਹੁੰਦਾ ਕਿਵੇਂ ਚਿਹਰਾ ਭਖਣ ਲੱਗ ਜਾਂਦਾ, ਇਉਂ ਭਖਣ ਲੱਗ ਗਿਆ ਹੈ ਔਰ ਜ਼ੋਰ ਦੇ ਨਾਲ ਜੰਗ ਦੇ ਵਿੱਚ ਪੈਰ ਕੱਢ ਕੇ ਖਲੋ ਗਿਆ ਵੀ ਜੋ ਮਰਜ਼ੀ ਹੋ ਜੇ ਹੁਣ ਮੈਂ ਪਿੱਛੇ ਨਹੀਂ ਹਟਣਾ। ਪਰ ਅਗਰ ਤੁਰੰਗ ਨਚਾਵਤ ਹੈ, ਅੱਗੇ ਕਰਕੇ ਆਪਣੇ ਦਲ ਦੇ ਵਿੱਚੋਂ ਸਭ ਨਾਲੋਂ ਘੋੜੇ ਦੇ ਤਾਈ ਆਪਣੇ ਦੇ ਤਾਈ ਨਚਾ ਰਿਹਾ ਹੈ। ਲਲਕਾਰਤ ਵੀਰ ਲਰਾਵਤ ਹੈ, ਆਪਣੇ ਸੂਰਮਿਆਂ ਦੇ ਤਾਈ ਲਲਕਾਰ ਕੇ ਹੌਸਲਾ ਦਿੰਦਾ ਔਰ ਲੜਾਉਂਦਾ ਹੈ ਆਪਣੇ ਸੂਰਮਿਆਂ ਨੂੰ ਸਤਿਗੁਰਾਂ ਦੇ ਸੂਰਮਿਆਂ ਦੇ ਨਾਲ। ਵਦ ਅਗਰ ਬਿਲੋਕਤ ਜੋਧ ਜਹਾਂ, ਇਧਰ ਜਿੱਧਰ ਜੋਧ ਸ਼ਾਹ ਸੀ ਇਸ ਨੂੰ ਅੱਗੇ ਵਧਦੇ ਹੋਏ ਨੂੰ ਵੇਖਿਆ ਇਸਨੇ। ਕਰ ਤੀਰਨ ਕੀ ਬਰਖਾ ਸੋ ਤਹਾਂ, ਔਰ ਉਸ ਜਗ੍ਹਾ ਦੇ ਉੱਪਰ ਆਪਣੇ ਧਨੁੱਖ ਦੇ ਵਿੱਚੋਂ ਤਿੱਖੇ ਤੀਰਾਂ ਦੀ ਬਰਸਾਤ ਕੀਤੀ। ਜਬ ਕੇਤਕ ਸੂਰ ਗਿਰਾਏ ਦੀਏ, ਜਦੋਂ ਕਿੰਨੇ ਸੂਰਮੇ ਇਸਨੇ ਆਪਣੇ ਤੀਰ ਦੇ ਇਉਂ ਸ਼ਿਕਾਰ ਬਣਾਏ ਹਨ। ਕਰ ਹੇਲ ਵਿਸਾਲ ਸੋ ਨੇਰ ਕੀਏ, ਉਸ ਸਮੇਂ ਬੜਾ ਭਾਰੀ ਹੱਲਾ ਕਰਕੇ ਜੋਧ ਸ਼ਾਹ ਨੇ ਫਿਰ ਵੀ ਇਸ ਦਾ ਨੇੜਾ ਕਰ ਲਿਆ, ਅੱਗੇ ਵਧ ਗਿਆ ਹੈ ਜੰਗ ਦੇ ਵਿੱਚ ਸੂਰਮਾ ਸਤਿਗੁਰਾਂ ਦਾ। ਤਬ ਜੋਧ ਕੁਪਿਓ ਨਾ ਸਹਾਰ ਸਕਿਓ, ਉਸ ਸਮੇਂ ਅੱਗੇ ਵਧਦਾ ਹੋਇਆ ਜੋਧ ਸ਼ਾਹ ਇਸ ਦੀ ਕੀਤੀ ਹੋਈ ਵਧੀਕੀ ਨੂੰ, ਇਹ ਤੀਰਾਂ ਦੀ ਵਰਖਾ ਜਿਹੜੀ ਇਸਨੇ ਕੀਤੀ ਹੈ ਜੋਧ ਸ਼ਾਹ ਦੇ ਉੱਪਰ, ਇਸ ਵਧੀਕੀ ਨੂੰ ਇਹ ਸਹਾਰ ਨਹੀਂ ਸਕਿਆ ਤੀਰਾਂ ਦੀ ਨੂੰ ਔਰ ਬੜਾ ਭਾਰੀ ਗੁੱਸੇ ਦੇ ਵਿੱਚ ਆ ਗਿਆ ਹੈ ਉਸ ਸਮੇਂ ਜੋਧ ਸ਼ਾਹ ਦੇ ਉੱਪਰ ਜਿਹੜਾ ਕੰਬਰ ਵੇਗ ਆ ਜੀ। ਤ੍ਰਿਗ ਲਾਲ ਕਰੇ ਅਰ ਮੋਰ ਤਕਿਓ, ਆਪਣੇ ਨੇਤਰਾਂ ਨੂੰ ਲਾਲ ਕਰਕੇ ਗੁੱਸੇ ਦੇ ਵਿੱਚ ਭਰ ਕੇ ਵੇਖਿਆ ਆਪਣੇ ਵੈਰੀ ਦੇ ਵੱਲ ਸਾਹਮਣੇ। ਨਿਜ ਸੇਵਕ ਦੇ ਖਰ ਸਾਂਗ ਲਈ, ਆਪਣੇ ਸੇਵਕ ਦੇ ਹੱਥਾਂ ਦੇ ਵਿੱਚੋਂ ਤਿੱਖੀ ਇੱਕ ਸਾਂਗ ਜਿਹੜੀ ਸਿੱਧੀ ਬਰਸ਼ੀ ਹੁੰਦੀ ਹੈ, ਬਰਸ਼ੇ ਦੇ ਆਕਾਰ ਦੇ ਨਾਲੋਂ ਥੋੜੀ ਜਿਹੀ ਛੋਟੀ ਹੁੰਦੀ ਹੈ। ਬਰਸ਼ੇ ਨਾਲੋਂ ਬਰਸ਼ੀ ਵੀ ਛੋਟੀ ਤੇ ਹਲਕੀ ਹੁੰਦੀ ਹੈ, ਸਾਂਗ ਬਰਸ਼ੀ ਨਾਲੋਂ ਵੀ ਛੋਟੀ ਤੇ ਹਲਕੀ ਹੁੰਦੀ ਹੈ। ਇਹ ਸੰਜੋਗ ਇਹਨਾਂ ਦੇ ਕੰਮ ਆਉਂਦੀ ਹੈ, ਜਾਂ ਟਿਕਾਣੇ ਜਿਵੇਂ ਗਰਦਨ ਦੇ ਵਿੱਚ ਖੋਬਣ ਦੇ, ਜਾਂ ਜਿੱਥੇ ਸੰਜੋਗ ਤੋਂ ਸਰੀਰ ਨੰਗਾ ਹੋਵੇ ਥੋੜਾ ਬਹੁਤਾ, ਉਹ ਸੰਜੋਗ ਦੇ ਵਿੱਚ ਦੀ ਪ੍ਰਵੇਸ਼ ਕਰਾਉਣ ਦੇ ਕੰਮ ਆਉਂਦੀ ਹੈ। ਜਾਂ ਫਿਰ ਹਲਕੀ ਹੋਣ ਦਾ ਕਰਕੇ ਭੱਜੇ ਜਾਂਦੇ ਘੋੜੇ ਤੋਂ ਵੇਗ ਦੇ ਨਾਲ ਨਿਸ਼ਾਨਾ ਸਿੰਨ ਕੇ ਹੱਥੋਂ ਚਲਾ ਕੇ ਮਾਰਨ ਦੇ ਕੰਮ ਆਉਂਦੇ ਆ, ਦੂਰੋਂ ਨਿਸ਼ਾਨਾ ਬਣਾਉਣ ਦੇ ਦੁਸ਼ਮਣ ਨੂੰ। ਇਸ ਨੂੰ ਸਾਂਗ ਕਹਿੰਦੇ ਆ, ਵਿਸ਼ੇਸ਼ ਪ੍ਰਕਾਰ ਦਾ ਸ਼ਸਤਰ ਹੁੰਦਾ, ਬਰਸ਼ੀ ਨਾਲੋਂ ਵੀ ਥੋੜਾ ਹਲਕਾ ਔਰ ਛੋਟਾ ਹੁੰਦਾ ਹੈ ਆਕਾਰ ਦੇ ਵਿੱਚ। ਸੋ ਇਹ ਸਾਂਗ ਹੈ ਜਿਹੜੀ ਇਸਨੇ ਪਕੜੀ ਹੈ ਉਸ ਸਮੇਂ ਆਪਣੇ ਸੇਵਕ ਦੇ ਪਾਸੋਂ ਆਪਣੇ ਹੱਥ ਦੇ ਵਿੱਚ, ਜਿਸ ਮਹਿ ਬਹੁ ਭਾਰ ਹੈ ਲੋਹ ਮਈ, ਜਿਸ ਦੇ ਵਿੱਚ ਕਾਫੀ ਭਾਰ ਵਜ਼ਨਦਾਰ ਜਿਹੜਾ ਲੋਹਾ ਹੈ ਮਜ਼ਬੂਤ ਲੱਗਾ ਹੋਇਆ ਹੈ, ਜਿਸ ਦੀ ਇਹ ਬਣਾਈ ਹੋਈ ਹੈ ਘੜ ਕਰਕੇ ਸੋਧ ਕਰਕੇ। ਨਿਜ ਹਾਥ ਗਹੀ ਬਹੁ ਤੋਲਤ ਹੈ, ਉਸ ਨੂੰ ਆਪਣੇ ਹੱਥ ਦੇ ਵਿੱਚ ਫੜ ਕਰਕੇ ਬੜਾ ਤੋਲਿਆ, ਮਾਪਿਆ, ਭਾਰ ਇਤਿਆਦਿ ਇਸ ਦਾ ਇਸਨੇ ਪਰਖ ਲਿਆ। ਹਿਤ ਹੋ ਅਵੈਰਿਸ ਬੋਲਤ ਹੈ, ਔਰ ਬੜੇ ਗੁੱਸੇ ਦੇ ਵਿੱਚ ਆ ਕੇ ਬੋਲਣ ਲੱਗਾ ਆਪਣੇ ਦੁਸ਼ਮਣ ਨੂੰ, ਕਹਿੰਦਾ ਜੋਧ ਸ਼ਾਹ ਨੂੰ ਖਲੋਤਾ ਰਹੀ ਹੁਣ ਜੰਗ ਦੇ ਵਿੱਚ ਸਾਹਮਣੇ ਮੇਰੇ। ਬਲਵਾਨ ਤੁਰੰਗਮ ਤੇਜ ਕੀਓ, ਆਪਣਾ ਜਿਹੜਾ ਬਲ ਵਾਲਾ ਘੋੜਾ ਸੀ ਜਿਸ ਤੇ ਇਹ ਸਵਾਰ ਸੀ ਉਸ ਦੀ ਇਸਨੇ ਗਤੀ ਵਧਾ ਦਿੱਤੀ, ਉਸ ਨੂੰ ਭਜਾਇਆ ਦੌੜਾਇਆ ਹੈ ਜੀ। ਦਿਸ਼ ਕੰਬਰ ਵੇਗ ਹੈ ਛੋੜ ਦਿਓ, ਇਹ ਜੋਧ ਸ਼ਾਹ ਨੇ ਬਰਸ਼ੀ ਪਕੜੀ ਸੀ ਆਪਣੇ ਹੱਥ ਦੇ ਵਿੱਚ, ਇਸ ਬਰਸ਼ੀ ਨੂੰ ਕੰਬਰ ਵੇਗ ਵਾਲੇ ਪਾਸੇ ਨੂੰ ਦੂਰੋਂ ਨਿਸ਼ਾਨਾ ਬਣਾ ਕੇ ਲਲਕਾਰਦਿਆਂ ਹੋਇਆਂ ਵਗਾ ਕੇ ਛੱਡ ਦਿੱਤਾ, ਮਾਰੀ ਹੈ ਇਸ ਦੇ ਤਾਏ। ਗਰਵੀ ਖਰ ਸਾਂਗ ਸੰਭਾਰ ਲਈ, ਔਰ ਇਸ ਨੇ ਇਸ ਬਰਸ਼ੀ ਨੂੰ ਛੱਡ ਕੇ ਸਾਂਗ ਨੂੰ ਹੱਥ ਦੇ ਵਿੱਚੋਂ ਇਹਦੇ ਨਿਸ਼ਾਨਾ ਨਾ ਬਣ ਸਕਿਆ ਇਹਦਾ ਕੰਬਰ ਵੇਗ ਉਸ ਸਮੇਂ। ਪਰ ਉਸ ਸਮੇਂ ਚੱਲਦਿਆਂ ਹੋਇਆਂ ਹੱਥ ਦੇ ਵਿੱਚ ਇੱਕ ਹੋਰ ਭਾਰੀ ਜਿਹੜੀ ਬਰਸ਼ੀ ਸੀ ਨਾ, ਉਸ ਬਰਸ਼ੀ ਨੂੰ ਹੱਥ ਦੇ ਵਿੱਚ ਧਾਰਨ ਕਰ ਲਿਆ। ਜਦੋਂ ਵੇਖਿਆ ਵੀ ਸਾਂਗ ਦਾ ਵਾਰ ਜਿਹੜਾ ਵਿਅਰਥ ਚਲਿਆ ਗਿਆ, ਅਜਾਈ
ਫਿਰ ਭਾਰੀ ਬਰਸ਼ੀ ਆ ਜਿਹੜੀ ਆਪਣੇ ਹੱਥ ਵਿੱਚ ਫੜ ਲਈ ਹੈ। ਜਬ ਨੇਰ ਭਇਓ ਗਾਉ ਊਚ ਕਈ, ਜਦੋਂ ਨੇੜੇ ਹੋਇਆ ਕੰਬਰ ਵੇਗ ਦੇ ਜੋਧ ਸ਼ਾਹ ਬੜੀ ਉੱਚੀ ਕਰਕੇ ਇਸ ਦਾ ਭਰ ਕਰਕੇ ਵਾਰ, ਤਬ ਕੰਬਰ ਵੇਗ ਨਾ ਪਾਛ ਮੁਰਿਓ। ਉਸ ਸਮੇਂ ਇਸ ਦੇ ਉੱਪਰ ਜਦੋਂ ਵਾਰ ਕਰਨ ਲੱਗਾ ਕੰਬਰ ਵੇਗ ਜੋਸ਼ ਦੇ ਵਿੱਚ ਆਇਆ ਹੋਇਆ ਪਿੱਛੇ ਨਾ ਮੁੜ ਸਕਿਆ। ਇਹ ਸਾਹਮਣੇ ਆ ਰਿਹਾ ਸੀ ਜੋਧ ਸ਼ਾਹ ਦੇ। ਇਸ ਨੇ ਸੋਚਿਆ ਵੀ ਪਹਿਲਾਂ ਸਾਂਗ ਹੱਥ ਵਿੱਚੋਂ ਛੱਡ ਦਿੱਤੀ ਹੈ, ਹੁਣ ਜੋਧ ਸ਼ਾਹ ਖਾਲੀ ਹੱਥ ਹੈ। ਪਰ ਜੋਧ ਸ਼ਾਹ ਨੇ ਬੜੀ ਚੰਪਲਤਾ ਦੇ ਨਾਲ, ਚੰਚਲਤਾ ਦੇ ਨਾਲ, ਚਪਲਤਾ ਦੇ ਨਾਲ ਇੱਕ ਵਰਸ਼ੀ ਹੋਰ ਆਪਣੇ ਹੱਥ ਦੇ ਵਿੱਚ ਉਸ ਸਮੇਂ ਧਾਰਨ ਕਰ ਲਈ ਸੀ। ਹੋਏ ਸੰਮੁਖ ਕੋ ਨਿਜ ਓਜ ਕਰਿਓ। ਸਾਹਮਣੇ ਹੋ ਕਰਕੇ ਜੋਧ ਸ਼ਾਹ ਕੰਬਰ ਵੇਗ ਜੋਧ ਸ਼ਾਹ ਦੇ ਆਪਣਾ ਜ਼ੋਰ ਦਿਖਾਉਣਾ ਚਾਹੁੰਦਾ ਹੈ ਜੋਧ ਸ਼ਾਹ ਦੇ ਤਾਏ। ਕਰਵਾਰ ਨਿਕਾਰਤ ਨੰਗ ਕਰੀ, ਇਸ ਨੇ ਆਪਣੇ ਮਿਆਨ ਦੇ ਵਿੱਚੋਂ ਸ਼੍ਰੀ ਸਾਹਿਬ ਖਿੱਚੀ ਹੈ, ਉਸ ਦੇ ਤਾਏ ਨੰਗਾ ਕਰ ਲਿਆ ਹੈ। ਬਹੁ ਕੀਮਤ ਲੋਹ ਪੁਲਾਦ ਖਰੀ, ਜਿਹੜੀ ਇਸ ਦੇ ਵਿੱਚ ਫੜੀ ਹੈ ਨਾ ਹੱਥ ਦੇ ਵਿੱਚ ਇਸ ਨੇ ਕੰਬਰ ਵੇਗ ਨੇ ਸ਼੍ਰੀ ਸਾਹਿਬ, ਉਹ ਵੀ ਸਾਰੀ ਕੁੱਲ ਸਾਰੀ ਫੁਲਾਦੀ ਲੋਹੇ ਦੀ ਬਣੀ ਹੋਈ ਹੈ। ਬੜਾ ਮਜ਼ਬੂਤ ਹੁੰਦਾ ਫੁਲਾਦੀ ਲੋਹਾ। ਇਹ ਹਰੇਕ ਤੋਂ ਇਹ ਸ਼ਸਤਰ ਬਣਦਾ ਵੀ ਨਹੀਂ ਹੈ, ਕਾਰੀਗਰ ਵਿਰਲੇ ਹੀ ਆ ਹੁਣ ਤਾਂ ਸੰਸਾਰ ਵਿੱਚ। ਸੋ ਇਸ ਨੇ ਪੂਰੇ ਪੱਕੇ ਫੁਲਾਦੀ ਲੋਹੇ ਦੀ ਬਣੀ ਹੋਈ ਇਹ ਸ਼੍ਰੀ ਸਾਹਿਬ ਜੋ ਬੜੀ ਮਹਿੰਗੇ ਮੁੱਲ ਦੀ ਹੈ, ਇਹ ਤਲਵਾਰ ਆਪਣੇ ਹੱਥ ਦੇ ਵਿੱਚ ਪਕੜ ਲਈ ਹੈ ਜੋਧ ਸ਼ਾਹ ਦੇ ਉੱਪਰ ਵਾਰ ਕਰਨ ਦੇ ਲਈ। ਅਟਕੈ ਨਾ ਲਗੀ ਕਟ ਜਾਤ ਆਇੰ, ਕਹਿੰਦੇ ਜੇ ਕਿਤੇ ਇਹ ਸ਼੍ਰੀ ਸਾਹਿਬ ਦੀ ਖਾਸੀਅਤ ਦੱਸਦੇ ਆ, ਜਿਹਦੇ ਲੱਗ ਜਾਵੇ ਵੱਜ ਜਾਵੇ ਇਹਨੂੰ ਹੋਰ ਕੋਈ ਨਹੀਂ ਰੋਕ ਸਕਦਾ। ਜੇ ਰੋਕ ਸਕਦੀ ਹੈ ਸਿਰਫ ਇਸ ਦੀ ਜਾਤ ਦੀ ਸ਼੍ਰੀ ਸਾਹਿਬ ਹੀ ਰੋਕ ਸਕਦੀ ਹੈ। ਭਾਵ ਜੇ ਇਸ ਦਾ ਵਾਰ ਰੋਕਣਾ ਹੋਵੇ ਸਾਹਮਣਿਓਂ ਫੁਲਾਦੀ ਬਣੀ ਹੋਈ ਸ਼੍ਰੀ ਸਾਹਿਬ ਦੇ ਨਾਲ ਹੀ ਰੋਕਿਆ ਜਾਂਦਾ ਹੈ। ਹੋਰ ਕਿਸੇ ਸ਼ਸਤਰ ਦੇ ਨਾਲ, ਕਿਸੇ ਲੋਹੇ ਦੇ ਨਾਲ ਬਣੇ ਹੋਏ ਲੋਹੇ ਦੇ ਸ਼ਸਤਰ ਨਾਲ ਨਹੀਂ ਰੋਕਿਆ ਜਾ ਸਕਦਾ। ਕਿਤ ਚਾਹਤ ਭਾਰ ਭਗਾਤ ਕੀਅੰ, ਔਰ ਚਾਹੁੰਦਾ ਹੈ ਆਪਣੀ ਇਸ ਤਿੱਖੀ ਸ਼੍ਰੀ ਸਾਹਿਬ ਦੇ ਨਾਲ ਕੰਬਰ ਵੇਗ ਆਪਣੇ ਵੈਰੀ ਜੋਧ ਸ਼ਾਹ ਦਾ ਵਿਨਾਸ਼ ਕਰ ਲੈਣਾ। ਤਬ ਲੋ ਬਲ ਜੋਧ ਸੰਭਾਰਨ ਘਰੋਂ, ਪਰ ਜਿੰਨੇ ਚਿਰ ਨੂੰ ਇਸ ਨੇ ਸ਼੍ਰੀ ਸਾਹਿਬ ਖਿੱਚ ਕੇ ਤਾਂ ਉਭਾਰੀ ਸੀ ਜੋਧ ਸ਼ਾਹ ਦੇ ਉੱਪਰ ਵਾਰ ਕਰਨ ਦੇ ਲਈ, ਉਹਨੇ ਸਮੇਂ ਤੱਕ ਜੋਧ ਸ਼ਾਹ ਨੇ ਆਪਣਾ ਵਾਰ ਜਿਹੜਾ ਪੂਰੇ ਤਰੀਕੇ ਦੇ ਨਾਲ ਭਰ ਲਿਆ ਸੀ, ਆਪਣੇ ਬਲ ਦੇ ਤਾਈਂ ਸੰਭਾਲ ਲਿਆ ਹੈ। ਹਰ ਸਾਂਗ ਦਈ ਤੇ ਹਗਾਤ ਹਨੋ, ਇਹਦੇ ਵਾਰ ਕਰਨ ਤੋਂ ਪਹਿਲਾਂ ਹੀ ਆਪਣੇ ਹੱਥ ਦੇ ਵਿੱਚ ਪਕੜੀ ਹੋਈ ਬਰਸ਼ੀ ਦਾ ਵਾਰ ਇਸ ਦੇ ਉੱਪਰ ਪੂਰਾ ਭਰਵਾਂ ਕਰ ਦਿੱਤਾ ਹੈ, ਇਸ ਦੇ ਸਰੀਰ ਨੂੰ ਨਿਸ਼ਾਨਾ ਬਣਾ ਕੇ। ਤਨ ਬੇਦਨ ਕੈ ਤਬ ਪਾਰ ਪਰੀ, ਔਰ ਜੋਧ ਸ਼ਾਹ ਦਾ ਕੀਤਾ ਹੋਇਆ ਵਾਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਬਰਸ਼ੀ ਦਾ ਇਹਦੇ ਸਰੀਰ ਦੇ ਵਿੱਚ ਲੱਗਿਆ। ਇਸ ਦੇ ਪੂਰੇ ਸਰੀਰ ਨੂੰ ਵਿੰਨ ਕੇ ਬਰਸ਼ੀ ਬਿਲਕੁਲ ਪਾਰ ਨਿਕਲ ਗਈ ਹੈ। ਨਿਕਸੀ ਵਿਕਸੀ ਬਹੁ ਸ਼ਰੋਣ ਭਾਈ, ਇਸ ਨੂੰ ਮਾਰ ਕਰਕੇ ਬਰਸ਼ੀ ਨੂੰ ਬਾਹਰ ਵਾਪਸ ਖਿੱਚ ਲਿਆ ਜੋਧ ਸ਼ਾਹ ਨੇ। ਜਦੋਂ ਬਾਹਰ ਖਿੱਚਿਆ ਕਹਿੰਦੇ ਇਸ ਤਰੀਕੇ ਦੀ ਬਿਕਸ਼ੀ ਲਿਸ਼ਕੀ ਹੈ, ਉਸ ਸਮੇਂ ਨਜ਼ਰ ਆ ਰਹੀ ਹੈ ਸਾਰੀ ਖੂਨ ਦੇ ਨਾਲ ਲਿਬੜੇ ਹੋਏ। ਝੁਕ ਝੂਮ ਚੜਾਕ ਪਰਿਓ ਧਰਮ, ਉਸੇ ਸਮੇਂ ਚੱਕਰ ਖਾ ਕੇ ਪੁਆਟਣੀ ਖਾ ਕੇ ਘੋੜੇ ਤੋਂ ਧਰਤੀ ਤੇ ਡਿੱਗ ਪਿਆ ਝੂਮ ਕਰਕੇ ਗੇੜਾ ਖਾ ਕੇ। ਰਹਿ ਗਈ ਤਰਵਾਰ ਗਹੀ ਕਰਮ, ਜਿਹੜੀ ਸ਼੍ਰੀ ਸਾਹਿਬ ਜੋਧ ਸ਼ਾਹ ਦੇ ਉੱਪਰ ਵਾਰ ਕਰਨ ਦੇ ਲਈ ਫੜੀ ਹੋਈ ਸੀ ਹੱਥ ਵਿੱਚ, ਉਹ ਹੱਥ ਦੇ ਵਿੱਚ ਹੀ ਫੜੀ ਰਹਿ ਗਈ ਇਸ ਦੇ। ਕਰਵੀ ਖਰ ਸਾਂਗ ਨਿਕਾਰ ਲਈ, ਇਸ ਦੇ ਡਿੱਗਦੇ ਹੋਏ ਸਰੀਰ ਦੇ ਵਿੱਚੋਂ ਜ਼ੋਰ ਦੇ ਨਾਲ ਜੋਧ ਸ਼ਾਹ ਨੇ ਆਪਣੀ ਜਿਹੜੀ ਭਾਰੀ ਬਰਸ਼ੀ ਸੀ ਵਾਪਸ ਖਿੱਚ ਲਈ ਹੈ। ਕਰ ਜੋਧ ਧਰੀ ਛਬ ਦੇਖ ਭਈ, ਕਹਿੰਦੇ ਉਸ ਸਮੇਂ ਜੋਧ ਸ਼ਾਹ ਦੇ ਹੱਥ ਦੇ ਵਿੱਚ ਪਕੜੀ ਹੋਈ ਉਹ ਬਰਸ਼ੀ ਇਸ ਤਰੀਕੇ ਦੀ ਸ਼ੋਭਾ ਦਿੰਦੀ ਹੈ, ਇਸ ਤਰੀਕੇ ਦੀ ਉਹਦੀ ਜਿਹੜੀ ਵਡਿਆਈ ਹੈ ਬਣਦੀ ਹੈ। ਤਨ ਲਾਲ ਵਿਸਾਲ ਕਰਾਲ ਸਹੀ, ਜਿਸ ਤਰੀਕੇ ਦੇ ਨਾਲ ਉਹਦਾ ਸਰੀਰ ਪੂਰੇ ਦਾ ਪੂਰਾ ਲਾਲ ਹੋਇਆ ਪਿਆ ਹੈ ਨਾ, ਉਹਨੂੰ ਲਾਲ ਫੂਲ ਦਾ ਰੰਗ ਚੜਿਆ ਹੋਇਆ ਹੈ ਦੱਸਦੇ ਹਾਂ। ਲਸ਼ਕੈ ਜਨ ਨਾਗਨ ਲਾਹ ਲਹੀ, ਕਹਿੰਦੇ ਮੰਨ ਲਓ ਜਿਸ ਤਰੀਕੇ ਦੇ ਨਾਲ ਜਿਹੜੀ ਕੋਈ ਫਰਤੀਲੀ ਨਾਗਣ ਹੋਵੇ ਸਪਣੇ, ਉਹ ਕਿਸੇ ਦੇ ਸਰੀਰ ਨੂੰ ਡਸ ਕਰਕੇ ਕਾਲੀ ਦੇ ਨਾਲ ਫੁਰਤੀ ਦੇ ਨਾਲ ਵਾਪਸ ਮੁੜ ਆਉਂਦੀ ਹੈ ਨਾ, ਖੂਨ ਦੇ ਨਾਲ ਲਿਬੜਿਆ ਹੋਇਆ ਮੂੰਹ, ਇਸ ਤਰੀਕੇ ਦੇ ਨਾਲ ਇਹ ਜਿਹੜੀ ਬਰਸ਼ੀ ਹੈ ਇਹ ਵੀ ਸੋਭ ਰਹੀ ਹੈ ਜੋਧ ਸ਼ਾਹ ਦੇ ਹੱਥ ਵਿੱਚ ਪਕੜੀ ਹੋਏ। ਜਿਮ ਜੋਗਨ ਵਸਤਰ ਕਸੁੰਭ ਧਰੇ, ਜਾਂ ਫਿਰ ਕਹਿੰਦੇ ਇਉਂ ਸੋਚੋ ਜਿਵੇਂ ਕਿਸੇ ਜੋਗਣੀ ਨੇ ਕੁਸੁੰਭੇ ਰੰਗ ਦੇ ਵਸਤਰ ਆਪਣੇ ਸਰੀਰ ਦੇ ਉੱਪਰ ਧਾਰਨ ਕੀਤੇ ਹੋਣ। ਬਹੁ ਪਿਆਸਨ ਸ਼੍ਰੋਣਕ ਪਾਨ ਕਰੇ, ਔਰ ਬੜੇ ਚਿਰ ਦੀ ਪਿਆਸੀ ਇਹ ਜੋਗਣੀ ਬੁੱਕ ਭਰ ਭਰ ਕੇ ਖੂਨ ਦੇ ਪੀ ਰਹੀ ਹੋਵੇ। ਜਿਵੇਂ ਪਿਆਸਾ ਮਨੁੱਖ ਪਾਣੀ ਪੀਂਦਾ ਨਾ, ਉਹ ਕੰਟਰੋਲ ਨਹੀਂ ਰੱਖ ਪਾਉਂਦਾ, ਅਨਕੰਟਰੋਲ ਹੋ ਜਾਂਦਾ, ਕੁਝ ਪੀਂਦਾ ਕੁਝ ਉਹਦੇ ਮੂੰਹ ਦੇ ਵਿੱਚੋਂ ਬਰਤਨ ਦੇ ਵਿੱਚੋਂ ਡਿੱਗੀ ਜਾਂਦਾ। ਇਸੇ ਤਰੀਕੇ ਨਾਲ ਕਹਿੰਦੇ ਜਿਵੇਂ ਜੋਗਣੀ ਕੋਈ ਪਿਆਸ ਦੇ ਨਾਲ ਬਹੁਤ ਬਿਲਕਦੀ ਹੋਵੇ,
ਬੁੱਕ ਭਰ ਭਰ ਕੇ ਖੂਨ ਦੇ ਪੀਂਦੀ ਹੋਵੇ, ਉਹ ਡੁੱਲ ਡੁੱਲ ਕੇ ਉਹਦੇ ਵਸਤਰ ਜਿਵੇਂ ਲਾਲ ਹੋ ਜਾਂਦੇ ਆ, ਮੂੰਹ ਜਿਵੇਂ ਲਾਲ ਹੋ ਜਾਂਦਾ, ਸਰੀਰ ਲਾਲ ਹੋ ਜਾਂਦਾ। ਇਉਂ ਹੀ ਇਸ ਵਰਸ਼ੀ ਦਾ ਸਾਰਾ ਸਰੀਰ ਤੇ ਮੂੰਹ ਆ ਜਿਹੜਾ ਲਾਲ ਹੋਇਆ ਪਿਆ, ਜਿਹੜੀ ਵਾਪਸ ਕੱਢੀ ਹੈ ਕੰਬਰ ਵੇਗ ਦੇ ਸਰੀਰ ਦੇ ਵਿੱਚੋਂ ਮਾਰ ਕਰਕੇ ਇਸ ਨੂੰ ਯੋਧ ਸ਼ਾਹ ਨੇ। ਸੋ ਇੱਥੋਂ ਤੱਕ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆਈ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੇ ਖਿਮਾ ਬਖਸ਼ਣੇ ਨੇ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਅੱਗੇ ਜੰਗ ਜਾਰੀ ਹੈ, ਜਿਵੇਂ ਲਲਾ ਬੇਗ ਦੇ ਦੋਵੇਂ ਪੁੱਤਰ ਲਲਾ ਬੇਗ ਆਪ ਸਤਿਗੁਰਾਂ ਦੇ ਹੱਥੋਂ ਮਾਰਿਆ ਜਾਏਗਾ। ਆਉਣ ਵਾਲੇ ਦੀਵਾਨਾਂ ਦੇ ਵਿੱਚ ਆਪਾਂ ਸ਼ਰਵਣ ਕਰਾਂਗੇ। ਸਮਾਪਤੀ ਹੈ ਜੀ। ਜਿਵ ਜੋਗਨ ਵਸਤਰ ਕਸੁੰਭ ਧਰੇ, ਬਹੁ ਪਿਆਸਨ ਸ਼੍ਰੋਣ ਤਪਾਨ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Sri Vajra